ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੁ ਨਾਨਕ ਦੇ ਕਰ ਹੱਥ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਐ ਚੂਕੇ ਸਭ ਸੋਗ ਸੰਤਾਪੇ। ਰਾਖ ਲਿਹੋ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨ ਕੀਨੀ। ਹਉ ਅਭਿਮਾਨ ਟੇਢ ਪਗਰੀ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ। ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਦੁਬਿਧਾ ਪੱਥਰ ਲੀਜੈ। ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ। ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ। ਏਹਾ ਪਾਈ ਮੂੰ ਦਾਤੜੀ ਨਿਤ ਹਿਰਦੈ ਰਖਾ ਸੰਭਾਲ। ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਤੀਜਾ। ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਤਿੰਨ ਕਰਤੈ ਇਕ ਚਲਤ ਉਪਾਇਆ
का किच ना साई। पैरो महला तीजा घर दूजा एक ओंकार सतगुर प्रसाद। ਤਿਨ ਕਰਤੈ ਇਕ ਚਲਤ ਉਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਚਵਰ ਛਤਰ ਦੇ ਮਾਲਕ, ਜੁਗ ਜੁਗ ਅਟਲ, ਪਤਿਤ ਪਾਵਨ ਭਗਤ ਵਛਲ ਕਰਨਾ ਨਿਧਾਨ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦਾ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਅੰਮ੍ਰਿਤ ਬਾਣੀ ਦਾ ਪਾਠ ਹੋਇਆ। ਆਪ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਕੇ, ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ ਹੈ। ਗੁਰੂ ਘਰ ਦੀ ਮਰਿਆਦਾ, ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰੀਏ, ਹੋਰ ਲਾਹੇ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਰੋ ਮਹਲਾ ਤੀਜਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤਿਨ ਕਰਤੈ ਇਕ ਚਲਤ ਉਪਾਇਆ। ਸਾਧ ਸੰਗਤ, ਭੈਰੋਂ ਰਾਗ ਅੰਦਰ ਤੀਸਰੇ ਪਾਤਸ਼ਾਹ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੇਵਾ ਦੇ ਪੁੰਜ, ਨਿਮਰਤਾ ਦੇ ਸਾਗਰ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਧੰਨ ਧੰਨ ਸ੍ਰੀ ਗੁਰੂ ਪਾਤਸ਼ਾਹ ਜੀ ਨੇ ਇਹ ਸਾਨੂੰ ਉਪਦੇਸ਼ ਬਖਸ਼ਿਆ ਹੈ। ਭੈਰੋ ਰਾਗ ਦੇ ਵਿੱਚ ਦੂਜੇ ਸੁਰ ਤਾਲ ਦੇ ਅੰਦਰ ਇਹ ਸ਼ਬਦ ਗਾਇਆ ਜਾਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਤ੍ਰਿਕਾਲ ਆਬਾਦ ਸਰੂਪ, ਗੁਰ ਚੇਤਨ ਸਰੂਪ, ਪ੍ਰਸਾਦ ਆਨੰਦ ਸਰੂਪ। ਇੱਕ ਜੋ ਲਸਾਨੀ ਹੈ, ਓੰਕਾਰ ਉਚਾਰਨ ਮਾਤਰ ਰੱਖਿਆ ਕਰਨ ਵਾਲਾ ਹੈ। ਸਤਿਗੁਰ ਪ੍ਰਸਾਦ ਐਸਾ ਵਾਹਿਗੁਰੂ ਪਰਮੇਸ਼ਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਤਿਨ ਕਰਤੈ ਇਕ ਚਲਤ ਉਪਾਇਆ। ਇਹ ਸਾਧ ਸੰਗਤ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀਆਂ
ਦੋ ਅਸ਼ਟਪਦੀਆਂ ਆ ਰਹੀਆਂ ਨੇ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਅਸ਼ਟਪਦੀ ਸਮਾਪਤ ਹੋਈ ਹੈ। ਸਤਿਗੁਰੂ ਜੀ ਦੇ ਹਜ਼ੂਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਭਗਤ ਪ੍ਰਹਿਲਾਦ ਜੀ ਦਾ ਸਾਨੂੰ ਪ੍ਰਸੰਗ ਸੁਣਾਉਣਾ ਕਰੋ। ਕਿਸ ਤਰ੍ਹਾਂ ਪ੍ਰਮਾਤਮਾ ਨੇ ਉਹਨਾਂ ਦੀ ਰੱਖਿਆ ਕੀਤੀ ਹੈ ਹਰਨਾਕਸ਼ ਨੂੰ ਮਾਰ ਕਰਕੇ। ਗੁਰੂ ਪਾਤਸ਼ਾਹ ਨੇ ਪਹਿਲਾਂ ਵੀ ਸਾਧ ਸੰਗਤ ਜੋ ਭਗਤ ਪ੍ਰਹਿਲਾਦ ਜੀ ਦਾ ਜੀਵਨ ਹੈ, ਉਹਨਾਂ ਦੇ ਜੀਵਨ ਵਿੱਚ ਜੋ ਉਹਨਾਂ ਦੇ ਪਿਤਾ ਨੇ ਕਈ ਤਰ੍ਹਾਂ ਦੇ ਨਾਲ ਤਾੜਨਾ ਕੀਤੀ, ਦੁੱਖ ਦਿੱਤੇ, ਉਹਨਾਂ ਦਾ ਵਰਣਨ ਆਉਂਦਾ ਹੈ। ਭਗਤ ਕਬੀਰ ਜੀ ਵੀ, ਭਗਤ ਨਾਮਦੇਵ ਜੀ, ਸਤਿਗੁਰੂ ਮਹਾਰਾਜ ਜੀ ਨੇ ਪਹਿਲਾਂ ਇਹ ਸ਼ਬਦ ਵੀ ਸਾਨੂੰ ਉਪਦੇਸ਼ ਬਖਸ਼ੇ ਹਨ। ਇੱਥੇ ਵੀ ਸਤਿਗੁਰੂ ਜੀ ਭਗਤ ਪ੍ਰਹਿਲਾਦ ਜੀ ਦਾ ਹੀ ਸਾਨੂੰ ਉਹ ਪ੍ਰਸੰਗ ਗੁਰਬਾਣੀ ਉਪਦੇਸ਼ ਦੁਆਰਾ ਦੱਸਣਗੇ। ਤਿੰਨ ਕਰਤੈ ਇੱਕ ਚਲਤ ਉਪਾਇਆ, ਤਿੰਨ ਕਰਤੇ ਪਰਮਾਤਮਾ ਵਾਹਿਗੁਰੂ ਨੇ ਇਹ ਸੰਸਾਰ ਇੱਕ ਚਲਤ ਖੇਲ ਪੈਦਾ ਕੀਤਾ ਹੈ। ਚਲਤ ਇੱਕ ਕਰਤੱਵ ਕਰਕੇ ਜੀਵਾਂ ਨੂੰ ਪੈਦਾ ਕਰ ਦਿੱਤਾ ਹੈ। ਸਾਰੇ ਜੀਵ ਉਸਨੇ ਆਪਣੇ ਹੁਕਮ ਵਿੱਚ ਰੱਖੇ ਹੋਏ ਨੇ, ਸਾਰਿਆਂ ਨੂੰ ਆਪ ਹੀ ਪੈਦਾ ਕਰਦਾ ਹੈ। ਉਸ ਮਾਲਕ ਪਰਮਾਤਮਾ ਨੇ ਇਹ ਇੱਕ ਸੰਸਾਰ ਦੇ ਵਿੱਚ ਚਲਿੱਤਰ ਕਰਨਾ ਕੀਤਾ। ਅਨਹਦ ਬਾਣੀ ਸ਼ਬਦ ਸੁਣਾਇਆ, ਔਰ ਹੱਦ ਤੋਂ ਰਹਿਤ ਜੋ ਧੁਰ ਕੀ ਬਾਣੀ ਹੈ ਉਹ ਸਿੱਖਾਂ ਦੇ ਤਾਈਂ ਸ਼ਬਦ ਸੁਣਾਉਣਾ ਕੀਤਾ ਹੈ। ਤਿਸ ਕਰਤੇ ਪਰਮਾਤਮਾ ਵਾਹਿਗੁਰੂ ਨੇ ਜਿਹੜਾ ਹਰਨਾਕਸ਼ ਸੀ ਸਾਧ ਸੰਗਤ, ਜਿਹਨੇ ਆਪਣੇ ਪਿਛਲੇ ਜਨਮ ਵਿੱਚ ਤਪ ਕਰਨਾ ਕੀਤਾ ਔਰ ਤਪ ਦੇ ਪ੍ਰਤਾਪ ਕਰਕੇ ਉਸ ਨੂੰ ਮੁਲਤਾਨ ਦੇ ਵਿੱਚ ਰਾਜ ਪ੍ਰਾਪਤ ਹੋਇਆ ਔਰ ਲੋਕਾਂ ਦੇ ਤਾਈਂ, ਪ੍ਰਜਾ ਦੇ ਤਾਈਂ ਆਪਣਾ ਨਾਮ ਜਪਾਉਣ ਲੱਗਿਆ। ਪਰ ਪਰਮਾਤਮਾ ਨੇ ਉਸ ਦੇ ਘਰ ਵਿੱਚ ਹੀ ਆਪਣਾ ਭਗਤ ਭੇਜ ਦਿੱਤਾ। ਇਹ ਇੱਕ ਚਲਿੱਤਰ ਹੀ ਪੈਦਾ ਕਰ ਦਿੱਤਾ ਔਰ ਹੱਦ ਤੋਂ ਰਹਿਤ ਜੋ ਧੁਰ ਕੀ ਬਾਣੀ ਹੈ ਉਹ ਸ਼ਬਦ ਦੁਆਰਾ ਸੁਣਾਈ ਹੈ। ਭਗਤ ਪ੍ਰਹਿਲਾਦ ਜੀ ਨੂੰ ਵੀ ਉਹਨਾਂ ਦੇ ਗੁਰੂ ਜਿਸ ਸਮੇਂ ਰਿਖੀਆਂ ਮੁਨੀਆਂ ਦੇ ਆਸ਼ਰਮ ਵਿੱਚ ਭਗਤ ਪ੍ਰਹਿਲਾਦ ਜੀ ਦੀ ਮਾਤਾ ਗਈ, ਕਿਉਂਕਿ ਉਸ ਸਮੇਂ ਸਵਰਗ ਦਾ ਰਾਜਾ ਇੰਦਰ ਇਸ ਨੂੰ ਬੰਨ੍ਹ ਕਰਕੇ ਲਿਜਾ ਰਿਹਾ ਸੀ ਭਗਤ ਪ੍ਰਹਿਲਾਦ ਜੀ ਦੀ ਮਾਤਾ ਨੂੰ, ਔਰ ਭਗਤ ਪ੍ਰਹਿਲਾਦ ਜੀ ਗਰਭ ਵਿੱਚ ਸਨ। ਤਦੋਂ ਰਿਖੀਆਂ ਦੇ ਕਹਿਣ 'ਤੇ ਇਹ ਜਿਹੜੀ ਪ੍ਰਹਿਲਾਦ ਜੀ ਮਾਤਾ ਸੀ ਉੱਥੇ ਆਸ਼ਰਮ ਵਿੱਚ ਰਹਿ ਕੇ ਸੇਵਾ ਕਰਨ ਲੱਗੀ ਔਰ ਇਸ ਤਰ੍ਹਾਂ ਨਾਰਦ ਮੁਨੀ ਜੀ ਨੇ ਪਰਾਬਾਣੀ ਦੁਆਰਾ ਭਗਤ ਪ੍ਰਹਿਲਾਦ ਜੀ ਨੂੰ ਉਹਨਾਂ ਦੇ ਗਰਭ ਵਿੱਚ ਹੀ ਉਪਦੇਸ਼ ਦੇ ਦਿੱਤਾ। ਉਪਦੇਸ਼ ਦੇ ਕਰਕੇ ਨਿਹਾਲ ਕਰ ਦਿੱਤਾ। ਇਹ ਜਿਹੜੀ ਧੁਰੋਂ ਬਾਣੀ ਹੈ ਹੱਦ ਤੋਂ ਰਹਿਤ ਗੁਰੂ ਨੇ ਸ਼ਬਦ ਦੁਆਰਾ ਸੁਣਾਉਣਾ ਕੀਤੀ। ਮਨਮੁਖ ਭੁੱਲੇ ਗੁਰਮੁਖ ਬੁਝਾਇਆ, ਇਸ ਤਰ੍ਹਾਂ ਜਿਹੜੇ ਮਨਮੁਖ ਜੀਵ ਨੇ ਉਹ ਸਦਾ ਹੀ ਭੁੱਲੇ ਹੋਏ ਹਨ। ਉਹ ਭੁੱਲ ਜਾਂਦੇ ਨੇ ਆਪਣੇ ਹੰਕਾਰ ਦੇ ਵਿੱਚ, ਅਗਿਆਨਤਾ ਦੇ ਵਿੱਚ, ਮਨ ਮਤ ਦੇ ਵਿੱਚ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਨੇ ਆਪ ਹੀ ਆਪਣਾ ਸਰੂਪ ਬੁਝਾਉਣਾ ਕੀਤਾ ਹੈ। ਕਾਰਨ ਕਰਤਾ ਕਰਤਾ ਆਇਆ,
ਇਹ ਜਿਹੜਾ ਕਾਰਨ ਬਣਦਾ ਹੈ ਨਾ ਕਿ ਮਨਮੁਖਾਂ ਨੂੰ ਪਰਮਾਤਮਾ ਸਜ਼ਾ ਦਿੰਦਾ ਹੈ, ਮਨਮੁਖਾਂ ਨੂੰ ਦੁੱਖ ਮਿਲਦੇ ਨੇ। ਹਰਨਾਕਸ਼ ਨੇ ਮਨ ਮਤ ਵਰਤ ਕੇ ਭਗਤ ਪ੍ਰਹਿਲਾਦ ਜੀ ਨੂੰ ਤੰਗ ਕਰਨਾ ਚਾਹਿਆ ਤੇ ਪਰਮਾਤਮਾ ਨੇ ਉਸ ਦੇ ਕੀਤੇ ਹੋਏ ਦਾ ਉਸਨੂੰ ਫਲ ਦਿੱਤਾ। ਦੁਸ਼ਟਾਂ ਨੂੰ ਉਹਨਾਂ ਦੇ ਕੀਤੇ ਹੋਏ ਪਾਪਾਂ ਦਾ ਫਲ ਦੇਣਾ ਅਤੇ ਭਗਤਾਂ ਦੀ ਪ੍ਰਤਿਪਾਲਨਾ ਕਰਨੀ, ਰੱਖਿਆ ਕਰਨੀ, ਇਹ ਜਿਹੜੇ ਕਾਰਨ ਹਨ, ਇਹਨਾਂ ਨੂੰ ਕਰਤਾ ਪ੍ਰਮਾਤਮਾ ਵਾਹਿਗੁਰੂ ਆਪ ਹੀ ਕਰਦਾ ਆਇਆ ਹੈ। ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ। ਭਗਤ ਪ੍ਰਹਿਲਾਦ ਜੀ ਕਹਿੰਦੇ, ਹੇ ਸੰਡਾ ਮਰਕਾ ਜੀ, ਜਿਸ ਸਮੇਂ ਸਾਧ ਸੰਗਤ ਭਗਤ ਪ੍ਰਹਿਲਾਦ ਜੀ ਨੂੰ ਪੜ੍ਹਨ ਵਾਸਤੇ ਭੇਜਿਆ ਗਿਆ ਮੁਲਤਾਨ ਦੇ ਅੰਦਰ। ਸੰਡਾ ਤੇ ਮਰਕਾ ਦੋ ਅਧਿਆਪਕ ਸਨ, ਸ਼ੰਕਰਾਚਾਰੀਆ ਜੀ ਦੇ ਪੁੱਤਰ, ਤੇ ਇਹਨਾਂ ਨੇ ਭਗਤ ਪ੍ਰਹਿਲਾਦ ਜੀ ਨੂੰ ਪੜ੍ਹਾਉਣ ਵਾਸਤੇ ਕਈ ਤਰ੍ਹਾਂ ਦੇ ਨਾਲ ਰਾਜਨੀਤੀ ਸਿਖਾਉਣੀ ਚਾਹੀ, ਹਰਨਾਕਸ਼ ਦੇ ਅਧੀਨ ਰਹਿਣ ਵਾਸਤੇ ਪ੍ਰੇਰਿਆ। ਪਰ ਉਸ ਸਮੇਂ ਭਗਤ ਜੀ ਕਹਿੰਦੇ, ਜੋ ਮੇਰੇ ਗੁਰੂ ਦਾ ਸ਼ਬਦ ਹੈ ਨਾ, ਉਹ ਮੇਰੇ ਅੰਦਰ ਧਿਆਨ ਲੱਗਿਆ ਹੋਇਆ ਹੈ। ਗੁਰੂ ਦੇ ਸ਼ਬਦ ਵਿੱਚ ਮੇਰਾ ਮਨ ਮਗਨ ਹੈ, ਜੁੜਿਆ ਹੋਇਆ ਹੈ। ਇਸ ਤਰ੍ਹਾਂ ਹੀ ਜਿਹੜੇ ਗੁਰਮੁਖ ਨੇ, ਉਹਨਾਂ ਦਾ ਵੀ ਸਾਧ ਸੰਗਤ ਗੁਰੂ ਸਾਹਿਬਾਂ ਦੇ ਉਪਦੇਸ਼ ਦੇ ਵਿੱਚ ਆਪਣੇ ਹਿਰਦੇ ਦੇ ਅੰਦਰ ਧਿਆਨ ਲੱਗਿਆ ਹੈ। ਭਗਤ ਪ੍ਰਹਿਲਾਦ ਜੀ ਨੇ ਬਚਨ ਕੀਤੇ ਕਿ ਮੈਂ ਕਦੇ ਵੀ ਹਰੀ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ। ਭਾਵੇਂ ਭਗਤ ਜੀ ਦੀ ਮਾਤਾ ਨੇ ਵੀ ਕਿਹਾ ਸੀ ਕਿ ਪੁੱਤਰ ਨਾਮ ਨੂੰ ਛੱਡ ਦੇ, ਪਰ ਇੱਥੇ ਭਗਤ ਜੀ ਪਹਿਲਾਂ ਹੀ ਕਹਿ ਰਹੇ ਨੇ ਕਿ ਮੈਂ ਨਾਮ ਨਹੀਂ ਛੱਡਾਂਗਾ। ਗੁਰੂ ਪਾਤਸ਼ਾਹ ਕਹਿੰਦੇ, ਭਗਤ ਜੀ ਨੇ ਇਹ ਗੱਲ ਸਾਰਿਆਂ ਨੂੰ ਕਹਿ ਦਿੱਤੀ ਸੀ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੋਰੋ ਔਰ ਪੜ੍ਹਨ ਸਿਓ ਨਹੀਂ ਕਾਮ। ਸਾਡਾ ਹੋਰ ਪੜ੍ਹਨ ਵਾਸਤੇ ਕੰਮ ਹੀ ਨਹੀਂ ਹੈ, ਅਸੀਂ ਤਾਂ ਨਾਮ ਨੂੰ ਨਹੀਂ ਛੱਡਣਾ। ਪਿਤਾ ਪ੍ਰਹਿਲਾਦ ਪੜ੍ਹਨ ਬਿਠਾਇਆ। ਹੁਣ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਸਤਿਗੁਰੂ ਜੀ, ਪਿਤਾ ਹਰਨਾਕਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਭਗਤ ਜੀ ਨੂੰ ਪੜ੍ਹਨ ਵਾਸਤੇ ਸੰਡਾ ਮਰਕਾ ਜੋ ਅਧਿਆਪਕ ਸਨ, ਉਹਨਾਂ ਦੇ ਕੋਲ ਭੇਜਣਾ ਕੀਤਾ। ਲੈ ਪਾਪੀ ਪਾਦੇ ਕਹਿ ਆਇਆ। ਭਗਤ ਜੀ ਆਪਣੀ ਫੱਟੀ ਲੈ ਕਰਕੇ, ਜਿਵੇਂ ਅੱਜ ਕੱਲ੍ਹ ਕਾਪੀਆਂ ਹਨ, ਕਿਤਾਬਾਂ ਨੇ ਪੜ੍ਹਨ ਵਾਸਤੇ, ਪਹਿਲੇ ਸਮਿਆਂ ਵਿੱਚ ਫੱਟੀਆਂ ਹੁੰਦੀਆਂ ਸੀ। ਭਗਤ ਜੀ ਆਪਣੀ ਫੱਟੀ ਲੈ ਕਰਕੇ, ਜਿਹੜਾ ਸੰਡਾ ਤੇ ਮਰਕਾ ਦੋ ਪਾਂਧੇ ਨੇ ਅਧਿਆਪਕ, ਉਹਨਾਂ ਦੇ ਕੋਲ ਆ ਗਏ। ਨਾਮ ਬਿਨਾ ਮੈਂ ਬੜਾ ਅਚਾਰ। ਉਸ ਸਮੇਂ ਸੰਡਾ ਤੇ ਮਰਕਾ ਕਹਿਣ ਲੱਗੇ, ਅਸੀਂ ਤੈਨੂੰ ਉਹ ਵਿੱਦਿਆ ਸਿਖਾਉਣੀ ਹੈ ਜਦੋਂ ਤੈਨੂੰ ਪਤਾ ਲੱਗ ਜਾਵੇਗਾ ਕਿ ਤੇਰਾ ਪਿਤਾ ਹੀ ਸਭ ਕੁਝ ਕਰਨ ਵਾਲਾ ਹੈ। ਕਿਉਂਕਿ ਉਹਨਾਂ ਨੂੰ ਅੱਗੇ ਹਰਨਾਕਸ਼ ਨੇ ਕਿਹਾ ਹੋਇਆ ਸੀ ਵੀ ਪ੍ਰਹਿਲਾਦ ਨੂੰ ਤੁਸੀਂ ਉਸ ਤਰ੍ਹਾਂ ਹੀ ਪੜ੍ਹਾਉਣਾ ਕਿ ਇਹ ਮੇਰੇ ਹੁਕਮ ਵਿੱਚ ਚੱਲੇ। ਤੇ ਉਸ ਸਮੇਂ ਭਗਤ ਪ੍ਰਹਿਲਾਦ ਜੀ ਕਹਿੰਦੇ, ਭਾਈ ਮੈਂ ਹੋਰ ਨਾਮ ਤੋਂ ਬਿਨਾਂ ਕੁਝ ਨਹੀਂ ਪੜ੍ਹਨਾ। ਨਾਮ ਬਿਨਾ ਨਹਿ ਪੜ੍ਹੋ ਅਚਾਰ। ਜਿਹੜਾ ਹੋਰ ਵਿਵਹਾਰ ਹੈ ਨਾ, ਹੋਰ ਜਿਹੜਾ ਕੋਈ ਕੰਮ ਧੰਦਾ ਹੈ, ਨਾਮ ਤੋਂ ਬਿਨਾਂ ਮੈਂ ਕੁਝ ਨਹੀਂ ਪੜ੍ਹਨਾ। ਮੇਰੀ ਤਾਂ ਨਾਮ ਦੇ ਨਾਲ ਹੀ ਪ੍ਰੀਤ ਬਣੀ ਹੈ। ਮੇਰੀ ਬਟਿਆ ਲਿਖ ਦੇਵੋ ਗੋਬਿੰਦ ਮੁਰਾਰ। ਔਰ ਮੇਰੇ ਅਧਿਆਪਕ ਸੰਡਾ ਮਰਕਾ ਜੀ, ਤੁਸੀਂ ਜਿਹੜੀ ਮੇਰੀ ਆ ਪਟਿਆ ਫੱਟੀ ਹੈ ਨਾ, ਇਹਦੇ 'ਤੇ ਗੋਬਿੰਦ ਜੋ ਧਰਤੀ ਦੀ ਰੱਖਿਆ ਕਰਨ ਵਾਲਾ, ਮੁਰ ਆਦਿਕ ਦੈਂਤਾਂ ਦਾ ਵੈਰੀ ਹੈ, ਉਸ ਪਰਮਾਤਮਾ ਦਾ ਨਾਮ ਹੀ ਲਿਖ ਦੇਣਾ ਕਰੋ। ਪੁੱਤਰ ਪ੍ਰਹਿਲਾਦ ਸਿਓ ਕਹਿਆ
ਇੱਧਰ ਜਦੋਂ ਭਗਤ ਪ੍ਰਹਿਲਾਦ ਜੀ ਸਾਧ ਸੰਗਤ ਆਪਣੇ ਅਧਿਆਪਕਾਂ ਨੂੰ ਵੀ ਇਹ ਕਹਿ ਰਹੇ ਨੇ, ਤੇ ਉਧਰੋਂ ਘਰੇ ਪਤਾ ਲੱਗਿਆ ਮਾਤਾ ਦੇ ਤਾਈ ਕਿ ਪ੍ਰਹਿਲਾਦ ਆਪਣੇ ਪਿਤਾ ਦੇ ਉਲਟ ਹੋ ਗਿਆ। ਲੜਾਈ ਤੋਂ ਬਚਾਉਣ ਵਾਸਤੇ, ਝਗੜੇ ਤੋਂ ਰੱਖਣ ਵਾਸਤੇ ਮਾਂ ਕਹਿਣ ਲੱਗੀ, ਪੁੱਤਰ ਪ੍ਰਹਿਲਾਦ ਤੂੰ ਜਿਹੜਾ ਇਹ ਰਾਮ ਨਾਮ ਕਹਿੰਦਾ ਹੈ ਨਾ, ਇਹ ਛੱਡ ਦੇ, ਔਰ ਤੈਨੂੰ ਮੈਂ ਸਮਝਾਉਣਾ ਕਰਦੀ ਹਾਂ। ਪਰ ਵਿਰਤ ਨਾ ਪੜ੍ਹੋ ਰਹੀ ਸਮਝਾਏ। ਜਿਹੜੀ ਪਰਵਿਰਤੀ ਹੈ ਨਾ, ਪਰਾਈ ਵਿਰਤੀ, ਭਾਵ ਪਰਾਏ ਅਧੀਨ ਹੋਣਾ, ਇਹ ਨਾ ਪੜ੍ਹਨਾ ਕਰ। ਜਿਹੜਾ ਪਰਾਇਆ ਕੌਣ ਸੀ? ਭਗਵਾਨ ਜੀ ਨੂੰ ਪਰਾਇਆ ਸਮਝਦੇ ਸੀ, ਪਰਮਾਤਮਾ ਨੂੰ ਪਰਾਇਆ ਕਹਿੰਦੇ ਸੀ, ਔਰ ਹਰਨਾਕਸ਼ ਨੂੰ ਆਪਣਾ ਸਭ ਕੁਝ ਮੰਨਦੇ ਸਨ। ਇਸ ਤਰ੍ਹਾਂ ਮਾਂ ਵੀ ਕਹਿਣ ਲੱਗੀ, ਪੁੱਤਰ ਜਿਹੜੀ ਆ ਪ੍ਰਵਿਰਤੀ ਹੈ ਨਾ, ਤੂੰ ਹੋਰ ਕਿਸੇ ਦੀ ਪੂਜਾ ਕਰ ਰਹੀ ਹੈ, ਹੋਰ ਕਿਸੇ ਨੂੰ ਗੁਰੂ ਧਾਰਨ ਕੀਤਾ, ਹੋਰ ਕਿਸੇ ਨੂੰ ਆਪਣਾ ਸਭ ਕੁਝ ਬਣਾਈ ਬੈਠਾ, ਇਹ ਨਾ ਪੜ੍ਹਨਾ ਕਰ, ਤੈਨੂੰ ਮੈਂ ਸਮਝਾ ਰਹੀ ਹਾਂ। ਨਿਰਭਉ ਦਾਤਾ ਹਰ ਜੀਉ ਮੇਰੇ ਨਾਲ। ਭਗਤ ਜੀ ਕਹਿਣ ਲੱਗੇ, ਮਾਂ ਜੋ ਪਰਮਾਤਮਾ ਹੈ ਉਹ ਨਿਰਭਉ ਹੈ, ਕਿਸੇ ਨੂੰ ਡਰ ਨਹੀਂ ਦਿੰਦਾ, ਉਹ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ, ਉਹ ਮੇਰਾ ਦਾਤਾ ਮਾਲਕ ਹੈ, ਉਹ ਹਰ ਜੀ ਪਰਮਾਤਮਾ ਮੇਰੇ ਸਦਾ ਹੀ ਨਾਲ ਹੈ, ਮੇਰੇ ਹਿਰਦੇ ਵਿੱਚ ਵਸਿਆ ਹੋਇਆ ਹੈ। ਜੇ ਹਰ ਤੁਜੋ ਤੋ ਪਦ ਲਾਗੈ ਗਾਲ। ਜੇ ਮੈਂ ਹਰੀ ਪਰਮਾਤਮਾ ਨੂੰ ਛੱਡ ਦਿੰਦਾ ਤਾਂ ਮੇਰੀ ਕੁੱਲ ਵਿੱਚ ਦਾਗ ਲੱਗ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਲੋਕ ਕਹਿਣਗੇ, ਦੈਂਤਾਂ ਦੀ ਕੁੱਲ ਵਿੱਚ ਕੋਈ ਪਰਮਾਤਮਾ ਦਾ ਭਗਤ ਹੋਇਆ ਹੀ ਨਹੀਂ। ਹੁਣ ਇਹ ਦੈਂਤਾਂ ਦੀ ਕੁੱਲ ਹੈ ਨਾ, ਹਰਨਾਕਸ਼ ਤੇ ਭਗਤ ਪ੍ਰਹਿਲਾਦ ਜੀ ਨੇ ਦੈਂਤਾਂ ਦੀ ਕੁੱਲ ਰੁਸ਼ਨਾ ਦਿੱਤੀ। ਭਗਤ ਜੀ ਕਹਿੰਦੇ, ਲੋਕ ਇਹ ਕਹਿਣਗੇ ਵੀ ਦੈਂਤਾਂ ਦੀ ਕੁੱਲ ਵਿੱਚ ਤਾਂ ਕੋਈ ਭਗਤ ਹੋਇਆ ਹੀ ਨਹੀਂ, ਜਾਂ ਜਿਹੜੀ ਮੇਰੀ ਕੁੱਲ ਹੈ ਨਾ, ਮੇਰਾ ਗੁਰੂ ਜਿਹਨੇ ਮੇਰੀ ਇਹ ਭਗਤ ਵਾਲੀ ਕੁੱਲ ਤੋੜ ਦਿੱਤੀ ਹੈ, ਉਸ ਨੂੰ ਵੀ ਦਾਗ ਲੱਗ ਜਾਵੇਗਾ, ਮੇਰੇ ਗੁਰੂ ਨੂੰ ਦਾਗ ਲੱਗੇਗਾ। ਲੋਕ ਕਹਿਣਗੇ ਵੀ ਨਾਰਦ ਮੁਨੀ ਨੇ ਪ੍ਰਹਿਲਾਦ ਨੂੰ ਉਪਦੇਸ਼ ਤਾਂ ਦੇ ਦਿੱਤਾ ਸੀ, ਪਰ ਉਸਨੇ ਕਮਾਉਣਾ ਨਹੀਂ ਕੀਤਾ, ਇਹ ਗਾਲ ਲੱਗ ਜਾਵੇਗੀ। ਇਸ ਤਰ੍ਹਾਂ ਹੀ ਜੋ ਭਗਤਾਂ ਦੀ ਕੁੱਲ ਹੈ ਉਹਨੂੰ ਵੀ ਲਾਗ ਲੱਗ ਜਾਵੇਗੀ ਕਿ ਭਗਤ ਪ੍ਰਹਿਲਾਦ ਜੀ ਪਰਮਾਤਮਾ ਦੇ ਡਰ ਵਿੱਚ ਨਹੀਂ ਰਹੇ ਔਰ ਹਰਨਾਕਸ਼ ਦਾ ਭੈ ਮੰਨ ਗਏ। ਇਸ ਤਰ੍ਹਾਂ ਮਹਾਰਾਜ ਮੈਂ ਨਾਮ ਨਹੀਂ ਛੱਡਾਂਗਾ, ਨਹੀਂ ਤਾਂ ਮੇਰੀ ਕੁੱਲ ਨੂੰ ਗਾਲ ਲੱਗ ਜਾਵੇਗੀ। ਪ੍ਰਹਿਲਾਦ ਸਭ ਚਟੜੇ ਨਿਗਾਰੇ। ਇੱਧਰ ਸਾਧ ਸੰਗਤ ਜਿਹੜਾ ਸੰਡਾ ਤੇ ਮਰਕਾ ਅਧਿਆਪਕ ਸਨ, ਜਦੋਂ ਪਾਠਸ਼ਾਲਾ ਦੇ ਵਿੱਚੋਂ ਕਿਤੇ ਆਸੇ-ਪਾਸੇ ਜਾਂਦੇ ਨਾ, ਤੇ ਭਗਤ ਪ੍ਰਹਿਲਾਦ ਜੀ ਜਿੰਨੇ ਉਹ ਬੱਚੇ ਸਨ, ਚਾਟੜੇ ਕਹਿੰਦੇ ਨੇ ਬੱਚਿਆਂ ਨੂੰ, ਜਿਹੜੇ ਪੜ੍ਹਨ ਵਾਲੇ ਹੁੰਦੇ ਹਨ, ਉਹਨਾਂ ਨੂੰ ਆਪਣੇ ਨਾਲ ਬਿਠਾ ਕਰਕੇ ਭਜਨ ਗਾਉਣ ਲੱਗ ਜਾਇਆ ਕਰਨ, ਕੀਰਤਨ ਕਰਨ ਲੱਗ ਜਾਇਆ ਕਰਨ। ਇਸ ਤਰ੍ਹਾਂ ਉਹ ਬੱਚੇ ਵੀ ਛੈਣੇ ਲੈ ਕਰਕੇ ਰਾਮ 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 ਜਪੀ ਜਾਇਆ ਕਰਨ, ਤੇ ਸਾਰੇ ਗਲੀਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਉਹ ਬੱਚੇ ਇਸ ਤਰ੍ਹਾਂ ਨਾਮ ਜਪਣ ਲੱਗ ਪਏ। ਉਸ ਸਮੇਂ ਸੰਡਾ ਤੇ ਮਰਕਾ ਜਿਹੜੇ ਸਨ, ਇਹ ਸਾਧ ਸੰਗਤ ਬੜੇ ਦੁਖੀ ਹੋਏ ਕਿ ਭਗਤ ਪ੍ਰਹਿਲਾਦ ਜੀ ਨੇ ਤਾਂ ਸਾਰੇ ਹੀ ਜਿੰਨੇ ਵਿਦਿਆਰਥੀ ਹਨ ਵਿਗਾੜ ਦਿੱਤੇ ਹਨ। ਹਮਾਰਾ ਕਹਿਆ ਨਾ ਸੁਣੇ ਆਪਣੀ ਕਾਰਜ ਸਵਾਰੇ। ਇਹ ਸਾਡਾ ਕਹਿਆ ਹੋਇਆ ਸੁਣਦਾ ਹੀ ਨਹੀਂ, ਇਹਨੂੰ ਬੜੀ ਤਾੜਨਾ ਦੇ ਕੇ, ਬੜੇ ਲਾਲਚ ਦੇ ਕੇ, ਬੜਾ ਜ਼ੋਰ ਲਾ ਕੇ ਸਮਝਾ ਰਹੇ ਹਾਂ। ਇਹ ਤਾਂ ਆਪਣਾ ਹੀ ਭਗਤੀ ਦਾ ਕਾਰਜ ਸਵਾਰੀ ਜਾਂਦਾ ਹੈ, ਜੋ ਇਹਨੂੰ ਲੱਗਣ ਲੱਗ ਗਈ ਹੈ ਉਸ ਕਾਰਜ ਨੂੰ ਹੀ ਹੋਰ ਸਵਾਰ ਰਿਹਾ ਹੈ,
ਹੋਰਾਂ ਬੱਚਿਆਂ ਨੂੰ ਆਪਣੇ ਨਾਲ ਲਾ ਕਰਕੇ ਸਭ ਨਗਰੀ ਮਹੇ ਭਗਤ ਦ੍ਰਿੜਾਈ। ਇਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਨੇ ਸਾਰੀ ਨਗਰੀ ਦੇ ਵਿੱਚ ਜਿਹੜੇ ਲੋਕ ਸਨ ਉਹਨਾਂ ਨੂੰ ਭਗਤੀ ਦ੍ਰਿੜ ਕਰਾ ਦਿੱਤੀ। ਬੱਚਿਆਂ ਦੇ ਤਾਈਂ ਵੀ ਨਾਮ ਜਪਾਉਣ ਲੱਗ ਪਏ। ਦੁਸ਼ਟ ਸਭਾ ਕਾ ਕਿਛ ਨਾ ਵਸਾਈ। ਜਿਹੜੀ ਇਹ ਦੁਸ਼ਟਾਂ ਦੀ ਸਭਾ ਸੀ ਨਾ, ਹਰਨਾਕਸ਼ ਤੇ ਇਹਦੇ ਮੰਤਰੀ ਸਨ, ਇਹਦੇ ਹੁਕਮ ਵਿੱਚ ਚੱਲਣ ਵਾਲੇ ਲੋਕ, ਉਹਨਾਂ ਦਾ ਕੁਝ ਵੀ ਵਿਸਾਹ ਨਹੀਂ ਚੱਲਿਆ, ਕੋਈ ਜ਼ੋਰ ਨਹੀਂ ਚੱਲਦਾ ਉਹਨਾਂ ਦਾ ਭਗਤ ਜੀ ਤੇ। ਸੰਡੇ ਮਰਕੇ ਕੀ ਪੁਕਾਰ। ਇੱਧਰੋਂ ਸੰਡਾ ਤੇ ਮਰਕਾ, ਇਹ ਸ਼ੁਕਰਾਚਾਰੀਆ ਦੇ ਪੁੱਤਰ ਭਗਤ ਪ੍ਰਹਿਲਾਦ ਜੀ ਦੀ ਸ਼ਿਕਾਇਤ ਲੈ ਕਰਕੇ ਹਰਨਾਕਸ਼ ਕੋਲ ਗਏ ਔਰ ਉੱਥੇ ਜਾ ਕਰਕੇ ਇਸ ਤਰ੍ਹਾਂ ਪੁਕਾਰ ਕਰਨਾ ਕੀਤੀ ਸਭੇ ਦੈਤ ਰਹੇ ਚਕ ਮਾਰ। ਕਿ ਹਰਨਾਕਸ਼, ਤੇਰਾ ਪੁੱਤਰ ਤਾਂ ਆਪ ਤਾਂ ਵਿਗੜਿਆ ਹੀ ਹੈ, ਪਰ ਉਹ ਤਾਂ ਦੂਜੇ ਬੱਚਿਆਂ ਨੂੰ ਵੀ ਤੇਥੋਂ ਭੁਲਾ ਰਿਹਾ ਹੈ ਰਾਮ ਦਾ ਨਾਮ ਜਪਾ ਕਰਕੇ। ਸਭੇ ਦੈਤ ਰਹੇ ਝੱਖ ਮਾਰੇ, ਅਸੀਂ ਸਾਰੇ ਹੀ ਦੈਤ ਬੜਾ ਜ਼ੋਰ ਲਾ ਰਹੇ ਹਾਂ, ਬੜੀਆਂ ਝੱਖਾਂ ਮਾਰ ਰਹੇ ਹਾਂ, ਬੜਾ ਉਸ ਨੂੰ ਸਮਝਾ ਰਹੇ ਹਾਂ। ਭਗਤ ਜਨਾ ਕੀ ਪਤ ਰਖੈ ਸੋਈ। ਪਰ ਉਧਰ ਦੇਖੋ ਸਾਧ ਸੰਗਤ, ਜੋ ਪਰਮਾਤਮਾ ਵਾਹਿਗੁਰੂ ਹੈ ਉਹ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਇੱਜ਼ਤ ਰੱਖਦਾ ਹੈ, ਆਪਣੇ ਭਗਤਾਂ ਦੇ ਕਾਰਜ ਵਿਗੜਨ ਨਹੀਂ ਦਿੰਦਾ। ਜਿਸ ਤਰ੍ਹਾਂ ਸਤਿਗੁਰਾਂ ਬਚਨ ਕੀਤਾ ਨਾ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਤੋਂ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ਼ ਮਾਰ ਪਜਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨ ਮੁਖ ਭਰਮ ਭੁਲਾਇਆ। ਪਰਮਾਤਮਾ ਆਪਣੇ ਭਗਤਾਂ ਦੀ ਸਦਾ ਹੀ ਪੈਜ ਰੱਖਦਾ ਆਇਆ ਹੈ, ਸਤਿਯੁਗ ਵਿੱਚ ਵੀ, ਤ੍ਰੇਤੇ 'ਚ, ਦੁਆਪਰ 'ਚ, ਕਲਯੁਗ ਵਿੱਚ ਵੀ। ਭਗਤਾਂ ਦੇ ਮਨ ਵਿੱਚ ਪ੍ਰਤੀਤ ਹੈ, ਭਰੋਸਾ ਹੈ ਪਰਮਾਤਮਾ ਦਾ। ਭਗਤ ਉਸ ਨੂੰ ਹੀ ਕਹਿੰਦੇ ਨੇ ਨਾ, ਜਿਹਨੇ ਆਪਣੇ ਅੰਦਰ ਭੱਬੇ ਤੋਂ ਲਾ ਲਈਏ ਪਰਮਾਤਮਾ ਦੇ ਨਾਲ ਪ੍ਰੇਮ ਪਾਇਆ, ਭਾਉ ਪ੍ਰੇਮ ਕੀਤਾ ਹੈ। ਗੱਗੇ ਤੋਂ ਲਾ ਲਈਏ ਗਿਆਨ ਹੈ ਜਿਹਦੇ ਅੰਦਰ, ਤੱਤੇ ਤੋਂ ਲਾ ਲਈਏ ਵੀ ਉਹਨੇ ਤਿਆਗ ਵੀ ਕਰ ਲਿਆ, ਮਨ ਵਿੱਚ ਤਿਆਗ ਵੀ ਧਾਰਨ ਕੀਤਾ, ਉਸ ਨੂੰ ਭਗਤ ਕਹਿੰਦੇ ਨੇ। ਭਗਤ ਜਨਾਂ ਦੀ ਪਰਮਾਤਮਾ ਆਪ ਹੀ ਪੈਜ ਰੱਖਦਾ ਹੈ। ਇਹ ਜਿਹੜਾ ਜੀਵ ਕੀਤਾ ਹੋਇਆ ਹੈ ਪਰਮਾਤਮਾ ਦਾ, ਬਣਾਇਆ ਹੋਇਆ ਹੈ, ਇਹਦੇ ਕਹਿਣ ਤੇ ਕੀ ਹੋ ਜਾਵੇਗਾ? ਕੁਝ ਨਹੀਂ ਹੋਵੇਗਾ ਨਾ। ਇਹ ਤਾਂ ਜੀਵ ਕਾਠ ਦੀ ਪੁਤਲੀ ਹੈ, ਕਾਠ ਕੀ ਪੁਤਲੀ ਕਹਾ ਕਰੇ ਬੱਪਰੀ, ਖਿਲਾਵਨ ਹਾਰੋ ਜਾਣੈ। ਤੇ ਉਹ ਪਰਮਾਤਮਾ ਇਸ ਨੂੰ ਪ੍ਰਲਬਧ ਦੇ ਕਰਕੇ ਖਿਲਾਉਂਦਾ ਹੈ। ਉਸ ਪਰਮਾਤਮਾ ਦੇ ਕੀਤੇ ਹੋਏ ਇਸ ਜੀਵ ਨੇ ਕੀ ਕਰਨਾ ਹੈ? ਕੁਝ ਨਹੀਂ ਕਰ ਸਕਦਾ। ਸਤਿਗੁਰੂ ਕਹਿੰਦੇ ਜਿਹੜੀ ਕਿਰਤ ਸੀ ਉਸ ਦਾ ਸੰਜੋਗ ਬਣ ਗਿਆ ਤੇ ਇਸ ਹਰਨਾਕਸ਼ ਦੈਂਤ ਨੇ ਆਪਣਾ ਰਾਜ ਭਾਗ ਕਾਇਮ ਕਰਕੇ ਚਲਾ ਲਿਆ ਮੁਲਤਾਨ ਸ਼ਹਿਰ ਦੇ ਵਿੱਚ। ਕਿਉਂਕਿ ਹਰਨਾਕਸ਼ ਨੇ ਤਪ ਕੀਤਾ ਸੀ। ਦਾਨੰ ਪਰਾ ਪੂਰਬੇਣੰ ਭੁੰਚੰਤੇ ਮਹੀਪਤੇ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਲੋਕ ਦਾਨ ਕਰਦੇ ਨੇ, ਤਪ ਕਰਦੇ ਨੇ, ਉਸ ਨੂੰ ਭੋਗਣ ਵਾਸਤੇ ਫਿਰ ਉਹਦਾ ਫਲ ਰਾਜ ਭਾਗ ਪ੍ਰਾਪਤ ਹੋ ਜਾਂਦਾ ਹੈ। ਵਿਪਰੀਤ ਬੁੱਧੀਅੰ ਮਾਰਦ ਲੋਕ ਹੈ, ਫਿਰ ਆਪਣੀ ਬੁੱਧੀ ਉਲਟੀ ਹੋਣ ਕਰਕੇ ਲੋਕਾਂ ਨੂੰ ਮਾਰਦੇ ਨੇ, ਹੰਕਾਰੀ ਹੋ ਜਾਂਦੇ ਨੇ, ਵੱਧ ਅਗਿਆਨੀ ਬਣ ਜਾਂਦੇ ਨੇ। ਨਾਨਕ ਚਿਰੰਕਾਲ ਦੁੱਖ ਭੋਗਦੇ, ਤੇ ਉਹਨਾਂ ਨੂੰ ਚਿਰਕਾਲ ਸਮਾਂ, ਲੰਮਾ ਸਮਾਂ ਦੁੱਖ ਭੋਗਣਾ ਪੈਂਦਾ ਹੈ। ਇਸ ਤਰ੍ਹਾਂ ਹੀ ਜਿਹੜਾ ਇਹ ਹਰਨਾਕਸ਼ ਸੀ, ਇਹ ਸਾਧ ਸੰਗਤ ਪਹਿਲੇ ਜਨਮ ਵਿੱਚ ਤਪ ਕੀਤਾ ਨਾ, ਉਸ ਤਪ ਕਰਕੇ ਵਰ ਮਿਲ ਗਏ ਬ੍ਰਹਮਾ ਜੀ ਤੋਂ ਕਿ ਨਾ ਮੈਂ ਦਿਨੇ ਮਰਾਂ, ਨਾ ਰਾਤ ਨੂੰ ਮਰਾਂ, ਨਾ ਬਾਹਰ ਨਾ ਅੰਦਰ, ਨਾ ਕਿਸੇ ਜਾਨਵਰ ਦੇ ਨਾਲ,
ਤੇ ਨਾ ਕਿਸੇ ਸ਼ਾਸਤਰ ਦੇ ਨਾਲ। ਇਸ ਤਰ੍ਹਾਂ ਇਸਨੇ 8 ਵਾਰ ਮੰਗਣਾ ਕੀਤੀ ਸੀ, ਪਰ ਪਰਮਾਤਮਾ ਵਾਹਿਗੁਰੂ ਨੇ ਆਪ ਹੀ ਉਹੋ ਜਿਹਾ ਸਮਾਂ ਬਣਾ ਦਿੱਤਾ। ਕਿਰਤ ਸੰਜੋਗੀ ਦੈਤ ਰਾਜ ਚਲਾਇਆ। ਇਹ ਜਿਹੜੀ ਇਹਦੀ ਕਿਰਤ ਸੀ, ਕੀਤਾ ਹੋਇਆ ਤਪ ਸੀ, ਉਹਦੇ ਸੰਜੋਗ ਕਰਕੇ ਦੈਤ ਹਰਨਾਕਸ਼ ਨੇ ਆਪਣਾ ਰਾਜ ਭਾਗ ਚਲਾ ਲੈਣਾ ਕੀਤਾ। ਹਰ ਨਾ ਬੁਝੈ ਤਿਨ ਆਪ ਭੁਲਾਇਆ। ਇਹ ਹਰੀ ਪਰਮਾਤਮਾ ਨੂੰ ਬੁਝਦਾ ਜਾਣਦਾ ਹੀ ਨਹੀਂ ਕਿ ਮਾਲਕ ਪਰਮਾਤਮਾ ਨੇ ਮੈਨੂੰ ਪੈਦਾ ਕੀਤਾ। ਮੈਂ ਤਾਂ ਇੱਕ ਸਮੇਂ ਨਹੀਂ ਸੀ, ਪਰਮਾਤਮਾ ਤਾਂ ਹਰ ਸਮੇਂ ਹੈ। ਮੇਰੇ ਤੋਂ ਪਹਿਲਾਂ ਵੀ ਸੀ, ਮੇਰੇ ਤੋਂ ਪਹਿਲਾਂ ਵਾਲੇ ਵੀ ਜੀਵ ਪਰਮਾਤਮਾ ਦੇ ਭੈ ਵਿੱਚ ਰਹਿੰਦੇ ਸਨ। ਹੁਣ ਵੀ ਸਾਰੇ ਪਰਮਾਤਮਾ ਦੇ ਭੈ ਵਿੱਚ ਹੈ, ਹੁਕਮ ਵਿੱਚ ਹੈ। ਅੱਗੇ ਵੀ ਇਸ ਤਰ੍ਹਾਂ ਹੀ ਹੋਵੇਗਾ। ਉਹ ਪਰਮਾਤਮਾ ਆਦਿ ਸੱਚ ਜੁਗਾਦ ਸੱਚ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਬੇਅੰਤ ਹੈ। ਇਹ ਬੁਝਦਾ ਨਹੀਂ ਹੈ। ਹਰੀ ਪਰਮੇਸ਼ਰ ਦੇ ਗੁਣ ਨਹੀਂ ਜਾਣਦਾ, ਤਿਨ ਆਪ ਭੁਲਾਇਆ। ਮਹਾਰਾਜ ਕਹਿੰਦੇ ਤਿੰਨ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਨੇ ਇਹਨੂੰ ਆਪ ਹੀ ਭੁਲਾਇਆ ਹੋਇਆ ਹੈ, ਆਪਣੇ ਵੱਲੋਂ ਦੂਰ ਕੀਤਾ ਹੋਇਆ ਹੈ। ਔਰ ਇਸ ਹਰਨਾਕਸ਼ ਦੁਸ਼ਟ ਨੇ ਆਪਣੇ ਪੁੱਤਰ ਪ੍ਰਹਿਲਾਦ ਜੀ ਦੇ ਨਾਲ ਝਗੜਾ ਪੈਦਾ ਕਰ ਲਿਆ। ਝਗੜਾ ਕੀ ਕਿ ਉਹਨੂੰ ਜ਼ੋਰ ਲਾਵੇ ਵੀ ਤੂੰ ਮੇਰਾ ਨਾਮ ਜਪ, ਮੇਰੇ ਹੁਕਮ ਵਿੱਚ ਰਹਿ, ਤੈਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਸਭ ਕੁਝ ਕਰਨ ਵਾਲਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆਪਣੇ ਪੁੱਤਰ ਦੇ ਨਾਲ ਹੀ ਝਗੜਾ ਪੈਦਾ ਕਰ ਲਿਆ। ਇਹ ਜਿਹੜਾ ਹਰਨਾਕਸ਼ ਹੈ ਨਾ, ਅੰਨਾ ਹੈ, ਅਗਿਆਨਤਾ ਕਰਕੇ ਇਹਦੇ ਨੇਤਰ ਜਿਹੜੇ ਮਨ ਤੇ ਬੁੱਧ ਇਹ ਨਹੀਂ ਹਨ। ਮਨ ਤੇ ਬੁੱਧ ਨੇਤਰ ਸਾਧ ਸੰਗਤ ਇਹਨਾਂ ਵਿੱਚ ਗਿਆਨ ਰੂਪ ਨਿਗਾਹ ਨਹੀਂ ਹੈ। ਜਿਵੇਂ ਨੇਤਰ ਤਾਂ ਹੁੰਦੇ ਨੇ ਸੂਰਮੇ ਦੇ, ਪਰ ਉਹਨਾਂ ਵਿੱਚ ਨਿਗਾਹ ਨਹੀਂ ਹੁੰਦੀ। ਇਸ ਤਰ੍ਹਾਂ ਜਿਹੜਾ ਮਨ ਤੇ ਬੁੱਧ ਨੇਤਰ ਨੇ ਇਹਨਾਂ ਵਿੱਚ ਗਿਆਨ ਰੂਪ ਨਿਗਾਹ ਨਹੀਂ ਹੈ। ਅੰਧਾ ਨਾ ਬੂਝੈ, ਪਰਮਾਤਮਾ ਤੋਂ ਭੁੱਲਿਆ ਹੋਇਆ ਇਹ ਹਰਨਾਕਸ਼ ਅੰਨਾ, ਸਤਿਗੁਰੂ ਕਹਿੰਦੇ ਇਹ ਗੱਲ ਬੁੱਝਦਾ ਨਹੀਂ ਹੈ। ਕਾਲ ਨੇੜੇ ਆਇਆ ਕਿ ਮੇਰੀ ਮੌਤ, ਮੇਰਾ ਕਾਲ ਜਿਹੜਾ ਹੈ ਉਹ ਨੇੜੇ ਆ ਗਿਆ। ਇਸ ਨੇ ਭਗਤ ਪ੍ਰਹਿਲਾਦ ਜੀ ਦੇ ਤਾਈਂ ਇੱਕ ਕੋਠੇ ਦੇ ਵਿੱਚ ਰੱਖਣਾ ਕੀਤਾ। ਉਸ ਕੋਠੇ ਵਿੱਚ ਕਹਿੰਦੇ ਪ੍ਰੇਤ ਰਹਿੰਦਾ ਸੀ, ਔਰ ਜਿਹੜਾ ਉਸ ਕੋਠੇ ਵਿੱਚ ਜਾਂਦਾ ਸੀ ਨਾ, ਉਸ ਨੂੰ ਨੁਕਸਾਨ ਪਹੁੰਚਾ ਦਿੰਦਾ, ਖਤਮ ਕਰ ਦਿੰਦਾ ਸੀ। ਇਸ ਤਰ੍ਹਾਂ ਭਗਤ ਜੀ ਨੂੰ ਮਾਰਨ ਵਾਸਤੇ ਇਹਨਾਂ ਨੇ ਕੋਠੇ ਵਿੱਚ ਰੱਖਿਆ ਤੇ ਸਾਧ ਸੰਗਤ ਬਾਹਰੋਂ ਤਾਲਾ ਲਾ ਦੇਣਾ ਕੀਤਾ। ਉਸ ਸਮੇਂ ਭਗਤ ਜੀ ਤਾਂ ਨਿਰਭਉ ਸਨ ਤੇ ਉਹ ਜਿਹੜਾ ਪ੍ਰੇਤ ਸੀ ਉਹ ਭਗਤ ਜੀ ਦਰਸ਼ਨ ਕਰਕੇ ਉਹਨੇ ਵੀ ਚਰਨੀ ਹੱਥ ਲਾਏ ਤੇ ਉਹਦਾ ਉਧਾਰ ਹੋ ਗਿਆ ਸਾਧ ਸੰਗਤ। ਇਸ ਤਰ੍ਹਾਂ ਭਗਤ ਜੀ ਬੜੇ ਨਿਰਭਉ ਹਨ, ਡਰਦੇ ਨਹੀਂ ਕਿਸੇ ਤੋਂ। ਮੂਲ ਨਾ ਡਰੇ, ਮੂਲੋਂ ਮੁੱਢੋਂ ਹੀ ਡਰਦੇ ਨਹੀਂ ਹਨ। 5 ਸਾਲ ਦੀ ਉਮਰ ਹੈ, ਮੇਰੇ ਅੰਤਰ ਗੁਰ ਗੋਪਾਲਾ, ਔਰ ਇਹ ਬਚਨ ਕਰਦੇ ਨੇ ਮੇਰੇ ਅੰਦਰ ਗੋਪਾਲਾ, ਜੋ ਧਰਤੀ ਨੂੰ ਪਾਲਣ ਵਾਲਾ ਪਰਮਾਤਮਾ ਹੈ, ਉਹ ਅੰਦਰ ਵਸਿਆ ਹੋਇਆ। ਗੁਰੂ ਮੇਰੇ ਅੰਦਰ ਹੈ, ਗੁਰੂ ਜਿਨ੍ਹਾਂ ਨੇ ਮੈਨੂੰ ਉਪਦੇਸ਼ ਬਖਸ਼ਿਆ ਨਾਮ ਨੂੰ ਜਪਣ ਦਾ। ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਦਾ ਸਰੂਪ ਪਰਮਾਤਮਾ ਮੇਰੇ ਅੰਦਰ ਹੈ। ਕੀਤਾ ਹੋਵੇ ਸੇਤੀ ਕਰੈ, ਅਣਹੁਦਾ ਨਾਉ ਧਰਾਇਆ। ਜਿਹੜਾ ਇਹ ਕੀਤਾ ਹੋਇਆ ਜੀਵ ਹੈ ਨਾ, ਹਰਨਾਕਸ਼ ਹੈ, ਇਹ ਭਗਤ ਜੀ ਦੇ ਨਾਲ ਸ਼ਰੀਕੀ ਕਰਦਾ ਹੈ। ਭਗਤ ਜੀ ਦੇ ਨਾਲ ਵੈਰ ਕਰਕੇ ਪਰਮਾਤਮਾ ਦੇ ਨਾਲ ਸ਼ਰੀਕੀ ਕਰਦਾ ਹੈ। ਜੀਵ ਇਹ ਤੁੱਛ ਵਾਹਿਗੁਰੂ ਪਰਮਾਤਮਾ ਨੂੰ ਆਪਣਾ ਸ਼ਰੀਕ ਸਮਝੀ ਜਾਂਦਾ ਹੈ। ਅਨਹੋਦਾ ਨਾਉ ਧਰਾਇਆ, ਵਿਅਰਥ ਹੀ ਇਸ ਨੇ ਆਪਣਾ ਵੱਡਾ ਨਾਮ ਰਖਾ ਲਿਆ, ਔਰ ਲੋਕਾਂ ਨੂੰ ਕਹਿਣ ਲੱਗਿਆ ਵੀ ਹਰਨਾਕਸ਼ ਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਜਲੇ ਹਰਨਾਕਸ਼ ਥਲੇ ਹਰਨਾਕਸ਼, ਇਸ ਤਰ੍ਹਾਂ ਤੁਸੀਂ ਜਪੋ। ਇਹ ਆਪਣਾ ਨਾਮ ਵੱਡਾ ਰਖਾ ਲਿਆ।
ਜਿੱਥੇ ਮਹਾਰਾਜ ਕਹਿੰਦੇ ਵੱਡਾ ਨਾਉ ਰਖਾਈਐ ਗਲ ਔਗਣ ਭਾਰਾ, ਇਹ ਔਗਣ ਹੀ ਹੈ ਨਾ ਵੱਡਾ ਨਾਮ ਰਖਾਉਣਾ। ਇਹਨੇ ਆਪਣਾ ਨਾਮ ਵੀ ਮੋਟਾ ਰਖਾ ਲੈਣਾ ਕੀਤਾ, ਮੋਟਾ ਨਾਉ ਰਖਾਈਐ ਗਲ ਔਗਣ ਭਾਰਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਸ ਪਰਮਾਤਮਾ ਦੇ ਨਾਲ ਸ਼ਰੀਕੀ ਕਰਨ ਲੱਗ ਪਿਆ। ਜੋ ਤਰ ਲਿਖਿਆ ਸੋ ਆਏ ਭਗਤਾ, ਜਨ ਸਿਆ ਵਾਟ ਰਚਾਇਆ। ਜੋ ਧੁਰੋਂ ਪਰਮਾਤਮਾ ਨੇ ਇਹਦੇ ਮਸਤਕ 'ਚ ਲਿਖਿਆ ਸੀ ਨਾ, ਸੋ ਆਏ ਪਹੁਤਾ, ਉਹ ਆ ਕਰਕੇ ਪਹੁੰਚ ਗਿਆ। ਭਾਵ ਜਿਹੜੀ ਕਿਰਤ ਇਹਦੀ ਬਣੀ ਹੋਈ ਸੀ ਕਿ ਇਸ ਨੇ ਸੰਸਾਰ 'ਚ ਜਾ ਕਰਕੇ ਇਸ ਤਰ੍ਹਾਂ ਆਪਣੇ ਜਪ ਤਪ ਨੂੰ ਖਤਮ ਕਰਨਾ, ਇਸ ਨੇ ਪਰਮਾਤਮਾ ਤੋਂ ਭੁੱਲ ਕੇ ਇਸ ਤਰ੍ਹਾਂ ਦੁਸ਼ਟ ਬਣ ਜਾਣਾ ਹੈ। ਇਹ ਮਹਾਰਾਜ ਕਹਿੰਦੇ ਜਿਹੜੇ ਧੁਰੋਂ ਕਰਮ ਲਿਖੇ ਹੋਏ ਸਨ, ਧੁਰੋਂ ਹੀ ਭੁੱਲਿਆ ਹੋਇਆ ਸੀ ਇਹ, ਉਹ ਆ ਕਰਕੇ ਸਮਾਂ ਪਹੁੰਚ ਗਿਆ। ਜਨ ਸਿਓ ਵਾਦ ਰਚਾਇਆ ਕਿ ਇਸ ਨੇ ਪਰਮਾਤਮਾ ਦੇ ਪਿਆਰੇ ਭਗਤ ਪ੍ਰਹਿਲਾਦ ਜੀ ਦੇ ਨਾਲ ਝਗੜਾ ਪੈਦਾ ਕਰ ਲਿਆ। ਪਿਤਾ ਪ੍ਰਹਿਲਾਦ ਸਿਓ ਗੁਰਜ ਉਠਾਈ। ਉਧਰ ਸਾਧ ਸੰਗਤ ਹਰਨਾਕਸ਼ ਨੇ ਜਦੋਂ ਦੇਖਿਆ ਨਾ ਵੀ ਇਹ ਮੇਰੇ ਆਖੇ ਤਾਂ ਲੱਗਦਾ ਹੀ ਨਹੀਂ, ਤੇ ਆਪਣੇ ਹੱਥ ਵਿੱਚ ਗੁਰਜ ਫੜ ਲੈਣਾ ਕੀਤੀ। ਗੁਰਜ ਜਿਹੜਾ ਉਹ ਇੱਕ ਤੂੰਬਾ ਹੀ ਹੁੰਦਾ ਸਾਧ ਸੰਗਤ, ਤੇ ਉਸ ਨੂੰ ਆਪਣੇ ਹੱਥ ਵਿੱਚ ਫੜ ਕੇ ਕਹਿਣ ਲੱਗਿਆ, ਕਹਾਂ ਤੁਮਾਰਾ ਜਗਦੀਸ਼ ਗਸਾਈ। ਤੇਰਾ ਜਗਦੀਸ਼ ਜਿਹੜਾ ਧਰਤੀ ਦਾ ਈਸ਼ਰ ਹੈ ਤੇ ਧਰਤੀ ਦਾ ਮਾਲਕ ਹੈ, ਉਹ ਪਰਮਾਤਮਾ ਜਿਸ ਨੂੰ ਤੂੰ ਆਪਣਾ ਮੰਨਦਾ ਹੈ, ਉਹ ਕਿੱਥੇ ਹੈ ਮੈਨੂੰ ਦੱਸ। ਹਰਨਾਕਸ਼ ਕਹਿਣ ਲੱਗਿਆ, ਜਗਤ ਜੀਵਨ ਦਾਤਾ ਅੰਤ ਸਖਾਈ। ਭਗਤ ਪ੍ਰਹਿਲਾਦ ਜੀ ਕਹਿੰਦੇ ਜੋ ਜਗਤ ਦਾ ਜੀਵਨ ਵਾਹਿਗੁਰੂ ਪਰਮਾਤਮਾ ਹੈ, ਉਹ ਸਾਡਾ ਦਾਤਾ ਹੈ, ਸਾਰੀਆਂ ਦਾਤਾਂ ਉਹ ਹੀ ਦੇ ਰਿਹਾ, ਉਹ ਮੇਰਾ ਅੰਤ ਦੇ ਸਮੇਂ ਸਹਾਇਤਾ ਕਰਨ ਵਾਲਾ ਹੈ, ਹਰ ਸਮੇਂ ਮੇਰਾ ਸਖਾਈ ਮਿੱਤਰ ਹੈ, ਅੰਤ ਦੇ ਸਮੇਂ ਰੱਖਿਆ ਕਰਨ ਵਾਲਾ। ਜਹ ਦੇਖਾ ਕਹਿ ਰਿਹਾ ਸਮਾਈ। ਮੈਂ ਤਾਂ ਜਿੱਥੇ ਵੀ ਦੇਖਦਾ ਹਾਂ ਸਭ ਥਾਵਾਂ ਤੇ ਉਹ ਪਰਮਾਤਮਾ ਹੀ ਮੈਨੂੰ ਦਿਸਦਾ ਹੈ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਉਹ ਮਾਲਕ ਸਭ ਥਾਵਾਂ ਤੇ ਜਹ ਜਹ ਵੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਏ। ਉਹ ਸਭ ਥਾਵਾਂ ਤੇ ਹੈ, ਵਾਸ ਦਿਓ ਸਰਬੱਤਰ ਵੈ ਪੂਰਨ ਨ ਕਤ ਹੋ ਥਾਏ। ਅੰਤਰ ਬਾਹਰ ਸੰਗ ਹੈ ਨਾਨਕ ਕਾਇ ਦੁਰਾਏ। ਉਹ ਪਰਮਾਤਮਾ ਵਾਹਿਗੁਰੂ ਸਭ ਥਾਵਾਂ ਤੇ, ਜਲ ਵਿੱਚ ਪਾਣੀ ਅੰਦਰ ਵੀ ਹੈ, ਤੇ ਧਰਤੀ ਖੁਸ਼ਕ ਥਾਵਾਂ ਤੇ ਸਭ ਥਾਵਾਂ 'ਚ ਉਹ ਸਮਾਇਆ ਹੋਇਆ ਹੈ। ਹਮ ਉਕਾੜ ਹਰ ਆਪ ਦਿਖਾਇਆ। ਇੱਧਰ ਹਰਨਾਕਸ਼ ਨੇ ਫਿਰ ਸਾਧ ਸੰਗਤ ਇੱਕ ਥੰਮ ਸੀ, ਉਸ ਨੂੰ ਅਗਨੀ ਦੇ ਨਾਲ ਤਪਾ ਕਰਕੇ ਪੂਰਾ ਗਰਮ ਕਰ ਲੈਣਾ ਕੀਤਾ, ਤੇ ਭਗਤ ਜੀ ਨੂੰ ਕਹਿਣ ਲੱਗਿਆ ਵੀ ਆਹ ਦੱਸ ਹੁਣ ਥੰਮ ਵਿੱਚ ਵੀ ਪਰਮਾਤਮਾ ਹੈ। ਭਗਤ ਜੀ ਕਹਿੰਦੇ ਹਾਂ ਹੈ ਪਰਮਾਤਮਾ। ਤੇ ਇਹ ਕਹਿਣ ਲੱਗਿਆ ਫਿਰ ਐਂ ਕਰ ਹੁਣ ਜੱਫੀ ਪਾ ਥੰਮ ਨੂੰ। ਥੰਮ ਪਹਿਲਾਂ ਹੀ ਅੱਗ ਦੇ ਨਾਲ ਲਾਲ ਕੀਤਾ ਹੋਇਆ ਸੀ, ਤੇ ਉਸ ਸਮੇਂ ਕਹਿੰਦੇ ਭਗਵਾਨ ਥੰਮ ਤੇ ਕੀੜੀ ਬਣ ਕੇ ਤੁਰਨ ਲੱਗ ਪਏ। ਭਗਤ ਜੀ ਨੇ ਜਦੋਂ ਦੇਖਿਆ ਤੇ ਉਸੇ ਸਮੇਂ ਜਾ ਕਰਕੇ ਜੱਫੀ ਪਾ ਲੈਣਾ ਕੀਤੀ। ਇੱਧਰ ਹਰਨਾਕਸ਼ ਨੇ ਦੇਖਿਆ ਵੀ ਇਹਨੇ ਥੰਮ ਨੂੰ ਵੀ ਛੂਹ ਲੈਣਾ ਕੀਤਾ, ਗਰਮ ਥੰਮ ਨੇ ਇਹਨੂੰ ਸਾੜਿਆ ਨਹੀਂ ਹੈ, ਤੇ ਮਨ ਵਿੱਚ ਹੰਕਾਰ ਨੇ ਉਛਾਲਾ ਮਾਰਿਆ, ਕ੍ਰੋਧ ਆ ਗਿਆ, ਆਪਣੀ ਤਲਵਾਰ ਕੱਢ ਕਰਕੇ ਇਸ ਤਰ੍ਹਾਂ ਸਾਧ ਸੰਗਤ ਉਸੇ ਸਮੇਂ ਇਹ ਜਿਹੜਾ ਹਰਨਾਕਸ਼ ਸੀ ਦੌੜਿਆ ਉੱਧਰ ਨੂੰ, ਤੇ ਜਦੋਂ ਭਗਤ ਜੀ ਨੂੰ ਤਲਵਾਰ ਦੇ ਨਾਲ ਮਾਰਨ ਲੱਗਿਆ ਨਾ, ਤੇ ਪਰਮਾਤਮਾ ਵਾਹਿਗੁਰੂ ਨੇ ਥੰਮ ਪਾੜ ਕਰਕੇ ਹਰਨਾਕਸ਼ ਰੂਪ ਆਪਣਾ ਪ੍ਰਗਟ ਕੀਤਾ। ਹਰਨਾਕਸ਼ ਰੂਪ ਜਿਹੜਾ ਭਿਆਨਕ ਸਰੂਪ ਸੀ, ਕਹਿੰਦੇ ਜਿਹੜਾ ਧੜ ਤੋਂ ਉੱਪਰ, ਲੱਕ ਤੋਂ ਉੱਪਰ ਤਾਂ ਸ਼ੇਰ ਦਾ ਮੂੰਹ ਸੀ, ਤੇ ਲੱਕ ਤੋਂ ਹੇਠਾਂ ਇਨਸਾਨ ਵਾਲੀਆਂ ਲੱਤਾਂ ਸਨ, ਫਿਰ ਨੌ ਵੀ ਸਨ, ਤੇ ਇਸ ਤਰ੍ਹਾਂ ਮਿਲਮਾ ਰੂਪ ਦਿਖਾਉਣਾ ਕੀਤਾ, ਹਰਨਾਕਸ਼ ਰੂਪ ਦਿਖਾਉਣਾ ਕੀਤਾ। ਥੰਮ ਉਪਾੜ ਹਰ ਆਪ ਦਿਖਾਇਆ,
ਹਰੀ ਪ੍ਰਮਾਤਮਾ ਨੇ ਥੰਮ ਨੂੰ ਪਾੜ ਕਰਕੇ ਆਪਣਾ ਸਰੂਪ ਦਿਖਾ ਦਿੱਤਾ ਅਹੰਕਾਰੀ ਦੈਤ ਮਾਰ ਪਚਾਇਆ। ਤੇ ਫਿਰ ਹਰਨਾਕਸ਼ ਦੇ ਨਾਲ ਯੁੱਧ ਕਰਨਾ ਕੀਤਾ। ਹੁਣ ਇਹ ਵੀ ਕਾਫੀ ਤਕੜਾ ਸੀ, ਪਰ ਇਸ ਨੂੰ ਮਾਰ ਦੇਣਾ ਕੀਤਾ। ਫਿਰ ਇਹਦੇ ਵਾਰ ਪੂਰੇ ਕਰਕੇ ਸਾਧ ਸੰਗਤ ਦੇਹੜੀ ਦੇ ਵਿਚਕਾਰ ਪਾ ਕਰਕੇ ਆਪਣੇ ਪੱਟਾਂ ਦੇ ਉੱਪਰ ਰੱਖ ਕੇ, ਕਿਉਂਕਿ ਇਹਨੇ ਕਿਹਾ ਸੀ ਵੀ ਮੈਂ ਨਾ ਰਾਤ ਨੂੰ ਮਰਾਂ ਨਾ ਦਿਨੇ, ਤੇ ਨਾ ਹੀ ਮੈਂ ਅੰਦਰ ਮਰਾਂ ਤੇ ਨਾ ਹੀ ਬਾਹਰ, ਨਾ ਹੀ ਮੈਂ ਉੱਪਰ ਹੋਵਾਂ ਨਾ ਹੀ ਮੈਂ ਹੇਠਾਂ ਹੋਵਾਂ, ਨਾ ਹੀ ਮੈਂ ਕਿਸੇ ਮਨੁੱਖ ਦੁਆਰਾ ਮਾਰਿਆ ਜਾਵਾਂ ਤੇ ਨਾ ਹੀ ਕਿਸੇ ਜਾਨਵਰ ਦੁਆਰਾ। ਇਹ ਸਾਰੇ ਵਰ ਪੂਰੇ ਕਰਕੇ ਉਸ ਸਮੇਂ ਆਪਣੇ ਪੱਟਾਂ ਤੇ ਬਿਠਾ ਲਿਆ ਵਿਚਕਾਰਲੀ ਥਾਂ ਤੇ। ਪਰਮਾਤਮਾ ਨੇ ਇਹਨੂੰ ਛਾਤੀ ਤੋਂ ਪਾੜ ਦੇਣਾ ਕੀਤਾ ਨੋਹਾਂ ਦੇ ਨਾਲ, ਔਰ ਪੁੱਛਿਆ ਕਿ ਹੁਣ ਦੱਸ ਤੇਰੇ 7 ਵਾਰ 8 ਵਾਰ ਪੂਰੇ ਕਰਕੇ ਫਿਰ ਤੈਨੂੰ ਖਤਮ ਕੀਤਾ। ਇਸ ਤਰ੍ਹਾਂ ਅਹੰਕਾਰੀ ਦੈਤ ਮਾਰ ਪਚਾਇਆ। ਗੁਰਬਾਣੀ ਵਿੱਚ ਸਤਿਗੁਰੂ ਕਹਿੰਦੇ ਨੇ, ਹਰਨਾਕਸ਼ ਨਖੀ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ। ਹਰਨਾਕਸ਼ ਨੂੰ ਨਖਾਂ ਨੋਹਾਂ ਦੇ ਨਾਲ ਪਰਮਾਤਮਾ ਨੇ ਮਾਰਨਾ ਕੀਤਾ ਤੇ ਭਗਤ ਪ੍ਰਹਿਲਾਦ ਜੀ ਦੀ ਰੱਖਿਆ ਕੀਤੀ। ਅਹੰਕਾਰੀ ਦੈਤ ਮਾਰ ਪਚਾਇਆ। ਇਸ ਤਰ੍ਹਾਂ ਜਿਹੜਾ ਇਹ ਹੰਕਾਰੀ ਦੈਤ ਸੀ ਨਾ ਹਰਨਾਕਸ਼, ਇਸ ਨੂੰ ਪਰਮਾਤਮਾ ਨੇ ਮਾਰ ਕਰਕੇ ਪਚਾ ਦਿੱਤਾ, ਨਾਸ ਕਰ ਦਿੱਤਾ। ਭਗਤਾ ਮਨ ਆਨੰਦ ਬਚੀ ਵਧਾਈ। ਉਸ ਸਮੇਂ ਜਦੋਂ ਭਗਤ ਜੀ ਦੀ ਰੱਖਿਆ ਕੀਤੀ ਨਾ, ਇਹ ਜੁਗਾਂ ਜੁਗਾਂ 'ਚ ਹੀ ਪਰਮਾਤਮਾ ਦਾ ਬਿਰਦ ਹੈ। ਸਾਰੇ ਭਗਤਾਂ ਦੇ ਮਨ ਵਿੱਚ ਬੜੀ ਆਨੰਦ ਹੋ ਗਿਆ, ਵਧਾਈਆਂ ਹੋ ਗਈਆਂ, ਖੁਸ਼ੀਆਂ ਹੋ ਗਈਆਂ, ਮਨ ਦੇ ਵਿੱਚ ਖੇੜੇ ਆ ਗਏ ਕਿ ਭਗਤਾਂ ਦੀ ਪਰਮਾਤਮਾ ਰੱਖਿਆ ਕਰ ਰਿਹਾ ਹੈ। ਸ਼ਲੋਕ ਸਰੂਪ ਸਮੀਪ ਸੁਚੁੱਜ, ਇੱਥੇ ਰਹਿਣ ਵਾਲੇ ਸਾਰੇ ਭਗਤਾਂ ਦੇ ਮਨ ਆਨੰਦਿਤ ਹੋ ਗਏ ਹਨ। ਆਪਣੇ ਸੇਵਕ ਕੋ ਦੇ ਵਡਿਆਈ। ਇਸ ਤਰ੍ਹਾਂ ਪ੍ਰਭੂ ਪਰਮੇਸ਼ਰ ਆਪਣੇ ਸੇਵਕਾਂ ਨੂੰ ਆਪ ਵਡਿਆਈ ਬਖਸ਼ਦਾ ਹੈ, ਆਪ ਉਹਨਾਂ ਦੇ ਸਾਰੇ ਕਾਰਜ ਪੂਰੇ ਕਰ ਦਿੰਦਾ ਹੈ, ਉਹਨਾਂ ਦੀ ਰੱਖਿਆ ਕਰਦਾ ਹੈ, ਉਹਨਾਂ ਦੀ ਦੁਨੀਆ ਅੰਦਰ ਜਸ ਪੈਦਾ ਕਰ ਦਿੰਦਾ ਹੈ। ਜੰਮਣ ਮਰਣਾ ਮੋਹ ਉਪਾਇਆ। ਉਸ ਸਮੇਂ ਸਾਧ ਸੰਗਤ ਪਰਮਾਤਮਾ ਨੇ ਫਿਰ ਪ੍ਰਹਿਲਾਦ ਜੀ ਨੂੰ ਕਿਹਾ ਕਿ ਇਹ ਜਿਹੜਾ ਸੰਸਾਰ ਹੈ ਨਾ, ਇਹ ਜੰਮਣ ਤੇ ਮਰਨ ਦੇ ਵਿੱਚ ਹੈ। ਜੀਵ ਜੰਮਦੇ ਨੇ ਤੇ ਮਰਦੇ ਰਹਿੰਦੇ ਨੇ। ਇਹ ਮੋਹ ਪੈਦਾ ਕਰਨਾ ਕੀਤਾ ਹੈ, ਮਾਇਆ ਦਾ ਮੋਹ ਲਾ ਕਰਕੇ ਜੀਵਾਂ ਦੇ ਸਿਰ ਉੱਪਰ ਜੰਮਣਾ ਤੇ ਮਰਨਾ ਇਹ ਪੈਦਾ ਕਰ ਦਿੱਤੇ। ਆਵਣ ਜਾਣਾ ਕਰਤੇ ਲਿਖ ਪਾਇਆ। ਤੇ ਕਰਤੇ ਪਰਮਾਤਮਾ ਨੇ ਸੰਸਾਰ ਵਿੱਚ ਜੀਵ ਦਾ ਆਉਣਾ, ਜਨਮ ਲੈ ਕਰਕੇ ਔਰ ਮਰ ਕਰਕੇ ਜਾਣਾ, ਇਹ ਮਸਤਕ ਵਿੱਚ ਲਿਖਿਆ ਹੋਇਆ ਹੈ। ਜਿਸ ਸਮੇਂ ਜੀਵ ਸੰਸਾਰ ਵਿੱਚ ਆਉਂਦਾ ਨਾ, ਜਿਵੇਂ ਭਗਤ ਫਰੀਦ ਜੀ ਕਹਿੰਦੇ, ਚਿੱਤ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀਦਾ ਮੋਹ ਦਿਖਾਲੇ ਆਏ। ਜਿੰਦ ਨਿਮਾਣੀ ਕੱਢੀ ਐ ਹੱਡਾ ਕੋ ਕੜਕਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਧੰਨ ਸਿਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੈ ਲਾਇਆ, ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ। ਜਾਨੀ ਘੱਤ ਚਲਾਇਆ ਲਿਖਿਆ ਆਇਆ, ਰੁੰਨੇ ਵੀਰ ਸਬਾਏ, ਕਾਇਆ ਹੰਸ ਥੀਆ ਵਿਛੋੜਾ, ਜਾਂਦਨ ਪੁੰਨੇ ਮੇਰੀ ਮਾਏ। ਜਦੋਂ ਦਿਨ ਪੂਰੇ ਹੋ ਜਾਂਦੇ ਨੇ, ਜੀਵ ਨੂੰ ਸੰਸਾਰ ਤੋਂ ਜਾਣਾ ਹੀ ਪੈਂਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਜਿਹੜਾ ਜਨਮ ਲੈਣਾ ਹੈ ਤੇ ਮੌਤ ਆਉਣੀ ਹੈ, ਇਹ ਕਰਤੇ ਪਰਮਾਤਮਾ ਨੇ ਮਸਤਕ ਵਿੱਚ ਲਿਖਿਆ ਹੋਇਆ ਭਾਈ। ਮਰਨ ਲਿਖਾਏ ਮੰਡਲ ਮਹਿ ਆਏ, ਜੀਵਨ ਸਾਜੈ ਮਾਈ। ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ। ਪਰ ਇੱਧਰ ਭਗਤ ਪ੍ਰਹਿਲਾਦ ਜੀ ਦੇ ਕਾਰਜ ਵਾਸਤੇ ਪਰਮਾਤਮਾ ਵਾਹਿਗੁਰੂ ਨੇ ਆਪਣਾ ਸਰੂਪ ਦਿਖਾ ਦਿੱਤਾ। ਸਾਧ ਸੰਗਤ ਬੜੀ ਅਚਰਜ ਬਾਤ ਹੈ। ਇੱਕ ਮਹਾਂਪੁਰਖਾਂ ਦੇ ਕੋਲ ਰਾਜੇ ਨੇ ਪ੍ਰਸ਼ਨ ਕੀਤਾ, ਮਹਾਂਪੁਰਖੋ, ਇਹ ਸਮੇਂ-ਸਮੇਂ 'ਤੇ ਦੇਖਿਆ ਕਿ ਜਦੋਂ ਭਗਤਾਂ ਦੇ ਭੀੜ ਪੈਂਦੀ ਹੈ ਤੇ ਪਰਮਾਤਮਾ ਆਪ ਆ ਕੇ ਉਹਨਾਂ ਦੀ ਰੱਖਿਆ ਕਰਦਾ ਹੈ। ਪਰਮਾਤਮਾ ਤਾਂ ਇੰਨਾ ਸਮਰੱਥ ਹੈ ਕਿ ਉਹਦੇ ਕੋਲ ਬੜੀਆਂ ਦੈਵੀ ਸ਼ਕਤੀਆਂ ਨੇ, ਬੜੇ ਅਵਤਾਰ ਪੈਗੰਬਰ ਉਹਦੀ ਆਗਿਆ ਵਿੱਚ ਰਹਿੰਦੇ ਨੇ।
ਉਹਨਾਂ ਨੂੰ ਕਿਉਂ ਨਹੀਂ ਭੇਜਦਾ? ਮਹਾਂਪੁਰਖ ਕਹਿੰਦੇ ਰਾਜਨ ਕੋਈ ਨਾ ਸਮਾਂ ਆਵੇਗਾ, ਤੈਨੂੰ ਇਸ ਪ੍ਰਸ਼ਨ ਦਾ ਉੱਤਰ ਵੀ ਦੇ ਦਿਆਂਗੇ। ਕੁਝ ਦਿਨਾਂ ਬਾਅਦ ਮਹਾਂਪੁਰਖਾਂ ਨੇ ਸਾਧ ਸੰਗਤ ਰਾਜੇ ਨੂੰ ਕਿਹਾ ਕਿ ਅਸੀਂ ਇੱਥੇ ਸਰੋਵਰ ਦੇ ਕੋਲ ਦੀਵਾਨ ਸਜਾਉਣਾ ਹੈ। ਗੁਰਮਤ ਪਰਮਾਤਮਾ ਦੀਆਂ ਕਥਾ ਕਹਾਣੀਆਂ ਹੋਣਗੀਆਂ ਤੇ ਸਾਰੀ ਸਭਾ ਨੂੰ ਕਹੀਂ ਕਿ ਇੱਥੇ ਆ ਜਾਣ, ਆਪਣੇ ਜਿੰਨੇ ਤੇਰੇ ਮਿਲਾਪੀ ਨੇ ਸਾਰੇ ਪਹੁੰਚ ਜਾਣ। ਸਮਾਂ ਮਿਥਿਆ ਗਿਆ, ਉਸ ਥਾਂ ਤਿਆਰੀਆਂ ਹੋਈਆਂ। ਉਧਰ ਮਹਾਂਪੁਰਖਾਂ ਨੇ ਇੱਕ ਦਾਸੀ ਨੂੰ ਸਮਝਾ ਦਿੱਤਾ। ਇੱਕ ਛੋਟਾ ਜਿਹਾ ਲੱਕੜ ਦਾ ਬੱਚਾ ਉਹਨੂੰ ਕੱਪੜੇ ਵਿੱਚ ਲਪੇਟ ਕਰਕੇ ਦਾਸੀ ਨੂੰ ਦਿੱਤਾ, ਕਿਉਂਕਿ ਰਾਜੇ ਦੇ ਘਰ ਵੀ ਜਿਹੜਾ ਰਾਜਕੁਮਾਰ ਸੀ ਉਹ ਛੋਟੀ ਜਿਹੀ ਉਮਰ ਦਾ ਹੀ ਸੀ, 1.5 ਸਾਲ ਦਾ ਤਕਰੀਬਨ ਲਾ ਲਈਏ। ਤਾਂ ਉਸ ਸਮੇਂ ਮਹਾਂਪੁਰਖ ਕਹਿੰਦੇ ਦਾਸੀ ਜਦੋਂ ਦੀਵਾਨ ਸਜ ਗਿਆ, ਉਸ ਸਮੇਂ ਤੋਂ ਇਸ ਤਰ੍ਹਾਂ ਆਉਣਾ ਹੈ ਕਿ ਰਾਜਕੁਮਾਰ ਤੂੰ ਚੱਕਿਆ ਹੋਇਆ ਹੈ ਤੇ ਲਾੜ ਲਡਾ ਕੇ ਆ ਰਹੀ ਹੈ। ਇਸ ਤਰ੍ਹਾਂ ਸਾਰਿਆਂ ਨੂੰ ਭੁਲੇਖਾ ਪਵੇ ਤੇ ਮੈਂ ਤੇਰੇ ਕੋਲੋਂ ਇਹ ਜਿਹੜਾ ਲੱਕੜ ਦਾ ਬੱਚਾ ਹੈ ਕੱਪੜੇ ਵਿੱਚ ਲਪੇਟਿਆ ਹੋਇਆ ਫੜ ਲਵਾਂਗਾ, ਤੇ ਬਾਕੀ ਜੋ ਮੈਂ ਕਰਨਾ ਹੈ ਉਹ ਮੇਰੇ ਅਰਥ ਹੈ। ਤਾਂ ਇਸ ਤਰ੍ਹਾਂ ਸਾਧ ਸੰਗਤ ਮਹਾਂਪੁਰਖਾਂ ਨੇ ਉਸ ਦਿਨ ਜਦੋਂ ਦੀਵਾਨ ਵਿੱਚ ਗਏ, ਕਥਾ ਵਿਚਾਰਾਂ ਹੋਈਆਂ ਤੇ ਜਦੋਂ ਸਮਾਪਤੀ ਹੋਈ ਤੇ ਉਹ ਦਾਸੀ ਜਿਹੜੀ ਸੀ ਉਸ ਬੱਚੇ ਨੂੰ ਲੈ ਕੇ, ਜਿਹੜਾ ਲੱਕੜ ਦਾ ਬੱਚਾ ਸੀ, ਛੇਤੀ ਦੇ ਨਾਲ ਬੜੇ ਪਿਆਰ ਦੇ ਨਾਲ ਉਸ ਦੀਵਾਨ ਵਿੱਚ ਆਈ ਤੇ ਮਹਾਂਪੁਰਖਾਂ ਕੋਲ ਆ ਕੇ ਖੜੀ ਹੋ ਗਈ। ਮਹਾਂਪੁਰਖਾਂ ਨੇ ਉਸ ਬੱਚੇ ਨੂੰ ਫੜਿਆ ਤੇ ਗੇੜੇ ਕੱਢਣੇ ਸ਼ੁਰੂ ਕਰ ਦਿੱਤੇ। ਰਾਜੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਬੜਾ ਖੁਸ਼ ਹੋਇਆ ਰਾਜਾ ਵੀ ਮਹਾਂਪੁਰਖਾਂ ਨੇ ਮੇਰੇ ਬੱਚੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਅਸੀਸ ਬਖਸ਼ਣ ਕੇ ਮੇਰੇ ਬੱਚੇ ਤੇ ਕਿਰਪਾ ਹੋਵੇਗੀ। ਰਾਜਾ ਮਨ ਵਿੱਚ ਖਿਆਲ ਹੀ ਸੋਚ ਰਿਹਾ ਸੀ। ਤਾਂ ਉਸ ਸਮੇਂ ਮਹਾਂਪੁਰਖਾਂ ਨੇ ਸਰੋਵਰ ਵੱਲ ਜਾ ਕਰਕੇ ਬੱਚੇ ਨੂੰ, ਉਹ ਜਿਹੜਾ ਲੱਕੜ ਦਾ ਬੱਚਾ ਸੀ, ਚਲਾ ਕਰਕੇ ਸਰੋਵਰ 'ਚ ਮਾਰਿਆ। ਜਦੋਂ ਇਸ ਤਰ੍ਹਾਂ ਹੋਇਆ ਨਾ, ਰਾਜੇ ਦੇ ਹੌਂਕਾ ਆ ਗਿਆ, ਰਾਜੇ ਨੂੰ ਇੱਕਦਮ ਭੱਜਿਆ ਔਰ ਛਾਲ ਮਾਰੀ ਰਾਜੇ ਨੇ। ਸਰੋਵਰ ਵਿੱਚ ਛਾਲ ਮਾਰ ਕੇ ਜਿਹੜਾ ਬੱਚਾ ਸੀ ਡੁੱਬ ਰਿਹਾ ਸੀ, ਲੱਕੜ ਦਾ ਬੱਚਾ, ਉਸ ਨੂੰ ਫੜ ਕੇ ਜਲਦੀ ਨਾਲ ਬਾਹਰ ਲੈ ਕੇ ਆਇਆ। ਪਰ ਦੇਖਿਆ ਇਹ ਤਾਂ ਲੱਕੜ ਦਾ ਬੱਚਾ ਹੈ, ਮੇਰਾ ਅਸਲੀ ਬੱਚਾ ਤਾਂ ਹੈ ਹੀ ਨਹੀਂ। ਫਿਰ ਮਹਾਂਪੁਰਖਾਂ ਕੋਲ ਆ ਕੇ ਕਹਿਣ ਲੱਗਿਆ, ਮਹਾਂਪੁਰਖੋ ਇਹ ਕੀ ਗੱਲ ਕੀਤੀ ਤੁਸੀਂ, ਮੈਨੂੰ ਸਮਝ ਨਹੀਂ ਆਈ। ਪਹਿਲਾਂ ਤਾਂ ਤੁਸੀਂ ਇਸ ਤਰ੍ਹਾਂ ਦਿਖਾਵਾ ਕਰਦੇ ਰਹੇ, ਫਿਰ ਇਸ ਬੱਚੇ ਨੂੰ, ਹੈ ਤਾਂ ਇਹ ਲੱਕੜ ਦਾ ਖਿਡੌਣਾ, ਪਰ ਪਾਣੀ ਵਿੱਚ ਸੁੱਟ ਦਿੱਤਾ। ਮਹਾਂਪੁਰਖ ਕਹਿੰਦੇ ਰਾਜਨ ਤੋਂ ਸਾਨੂੰ ਸਵਾਲ ਕੀਤਾ ਸੀ ਕਿ ਪਰਮਾਤਮਾ ਜਦੋਂ ਭਗਤਾਂ ਤੇ ਭੀੜ ਪੈਂਦੀ ਹੈ, ਆਪ ਰੱਖਿਆ ਕਰਨ ਵਾਸਤੇ ਕਿਉਂ ਆਉਂਦਾ ਹੈ? ਉਹ ਕਿਸੇ ਪੈਗੰਬਰ ਅਵਤਾਰ ਨੂੰ, ਕਿਸੇ ਦੇਵੀ ਸ਼ਕਤੀ ਨੂੰ ਕਿਉਂ ਨਹੀਂ ਭੇਜ ਦਿੰਦਾ? ਅਸੀਂ ਵੀ ਤੈਨੂੰ ਸਵਾਲ ਕਰਦੇ ਹਾਂ ਵੀ ਤੇਰੇ ਕੋਲ ਵੱਡੇ ਵੱਡੇ ਮੰਤਰੀ, ਸੈਨਾਪਤੀ, ਵਜ਼ੀਰ ਬੜੇ ਖੜੇ ਸਨ ਤੇ ਤੂੰ ਇਸ ਬੱਚੇ ਨੂੰ ਪਾਣੀ ਚੋਂ ਕੱਢਣ ਵਾਸਤੇ ਆਪ ਕਿਉਂ ਛਾਲ ਮਾਰੀ? ਰਾਜਾ ਕਹਿੰਦਾ ਜੀ ਮੇਰਾ ਬੱਚੇ ਨਾਲ ਪ੍ਰੇਮ ਹੀ ਇੰਨਾ ਹੈ, ਮੇਰੀ ਜੈਂਤੀ ਇਹਦੇ ਵਿੱਚ ਹੈ, ਇਸ ਲਈ ਮੈਂ ਇਸ ਨੂੰ ਬਚਾਉਣ ਵਾਸਤੇ ਛਾਲ ਮਾਰੀ। ਮਹਾਂਪੁਰਖ ਕਹਿੰਦੇ ਇਸ ਤਰ੍ਹਾਂ ਹੀ ਪਰਮਾਤਮਾ ਹੈ। ਪਰਮਾਤਮਾ ਭਗਤਾਂ 'ਚ ਵਸਦਾ ਹੈ, ਭਗਤ ਪਰਮਾਤਮਾ ਵਿੱਚ ਵਸਦੇ ਨੇ। ਪਰਮਾਤਮਾ ਭਗਤਾਂ ਦੇ ਨਾਲ ਇੰਨਾ ਪਿਆਰ ਕਰਦਾ ਹੈ, ਜਦੋਂ ਰੱਖਿਆ ਕਰਨ ਵਾਸਤੇ ਜਾਂਦਾ ਹੈ ਨਾ, ਕਿਸੇ ਸ਼ਕਤੀ ਨੂੰ ਨਹੀਂ, ਉਹ ਖੁਦ ਆਪ ਹੀ ਜਾਂਦਾ ਹੈ। ਸਤਿਗੁਰੂ ਇੱਥੇ ਵੀ ਉਹੀ ਵਚਨ ਕਰਦੇ ਹਨ ਸਾਧ ਸੰਗਤ, ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ। ਭਗਤ ਪ੍ਰਹਿਲਾਦ ਜੀ ਦਾ ਜਿਹੜਾ ਕਾਰਜ ਸੀ ਨਾ, ਉਹਨਾਂ ਦੀ ਰੱਖਿਆ ਕਰਨੀ ਸੀ ਹਰਨਾਕਸ਼ ਤੋਂ, ਜਦੋਂ ਤਲਵਾਰ ਲੈ ਕੇ ਪਿੱਛੇ ਪੈ ਗਿਆ। ਹੁਣ ਉਦੋਂ ਗਾਂ ਤਾਂ ਫਿਰ ਕੁਝ ਰਿਹਾ ਹੀ ਨਹੀਂ ਨਾ, ਤੇ ਪਰਮਾਤਮਾ ਨੇ ਆਪ ਆ ਕਰਕੇ ਆਪਣਾ ਸਰੂਪ ਦਿਖਾਉਣਾ ਕੀਤਾ। ਭਗਤਾਂ ਕਾ ਬੋਲ ਅੱਗੇ ਆਇਆ। ਇਸ ਤਰ੍ਹਾਂ ਜਿਹੜਾ ਭਗਤਾਂ ਦਾ ਬੋਲਾ ਸੀ, ਭਗਤਾਂ ਦੀ ਆਵਾਜ਼ ਸੀ ਕਿ ਰਾਮ ਪਰਮਾਤਮਾ ਹੀ ਸਭ ਕੁਝ ਹੈ, ਉਹ ਅੱਗੇ ਆ ਗਿਆ। ਸਾਧ ਸੰਗਤ ਭਗਤਾਂ ਕਾ ਬੋਲ, ਭਗਤ ਪ੍ਰਹਿਲਾਦ ਜੀ ਦਾ ਜਿਹੜਾ ਬਚਨ ਸੀ ਨਾ, ਇਹ ਕੀਤਾ ਹੋਇਆ ਕਿ ਨਾਮ ਜਪੋ, ਨਾਮ ਨਹੀਂ ਆਧਾਰ ਕਰਨਾ,
ਉਹ ਪਰਮਾਤਮਾ ਸਭ ਥਾਵਾਂ 'ਤੇ ਹੈ। ਜਿੱਥੇ ਵੀ ਅਸੀਂ ਦੇਖਦੇ ਹਾਂ ਉੱਥੇ ਹੀ ਉਹ ਸਮਾਇਆ ਹੋਇਆ ਹੈ। ਉਹੀ ਅੰਤ ਦੇ ਸਮੇਂ ਵਾਹਿਗੁਰੂ ਮੇਰੀ ਰੱਖਿਆ ਕਰਨ ਵਾਲਾ ਹੈ। ਜਗਦੀਸ਼ ਜਗ ਜੀਵਨ ਦਾਤਾ ਅੰਤ ਸਖਾਈ, ਅੰਤ ਦੇ ਸਮੇਂ ਸਹਾਇਤਾ ਕਰਨ ਵਾਲਾ ਹੈ। ਉਹ ਬਚਨ ਅੱਗੇ ਆ ਗਿਆ। ਦੇਵ ਕੁਲੀ ਲక్ష్ਮੀ ਕਉ ਕਰਹਿ ਜੈਕਾਰ। ਉਸ ਸਮੇਂ ਸਾਧ ਸੰਗ ਕੀ ਹੋਇਆ, ਜਦੋਂ ਹਰਨਾਕਸ਼ ਨੂੰ ਵਾਹਿਗੁਰੂ ਪਰਮਾਤਮਾ ਨੇ ਨਰਸਿੰਘ ਰੂਪ ਹੋ ਕਰਕੇ ਮਾਰਨਾ ਕੀਤਾ ਨਾ, ਤੇ ਨਰਸਿੰਘ ਦਾ ਰੂਪ ਬੜਾ ਹੀ ਭਿਆਨਕ ਸੀ, ਕਿਸੇ ਤੋਂ ਦੇਖਿਆ ਹੀ ਨਾ ਜਾਵੇ। ਜਿਵੇਂ ਅਸੀਂ ਸੂਰਜ ਵੱਲ ਦੇਖ ਨਹੀਂ ਨਾ ਸਕਦੇ, ਅੱਖਾਂ ਧੰਧਿਆ ਜਾਂਦੀਆਂ ਨੇ। ਜਦੋਂ ਜਿਹੜੇ ਉੱਥੇ ਲੋਕ ਸਨ ਜਾਂ ਦੈਵੀ ਸ਼ਕਤੀਆਂ ਪ੍ਰਗਟ ਹੋ ਗਈਆਂ, ਤਾਂ ਉਹਨਾਂ ਨੇ ਜਦੋਂ ਨਰਸਿੰਘ ਦਾ ਰੂਪ ਦੇਖਿਆ ਤੇ ਦੇਖਿਆ ਨਾ ਜਾਵੇ, ਸਹਿਆ ਨਾ ਜਾਵੇ। ਤੇ ਨਰਸਿੰਘ ਜੀ ਨੇ ਆਪਣਾ ਜਿਹੜੇ ਜਿਵੇਂ ਸ਼ੇਰ ਦੇ ਵਾਲ ਹੁੰਦੇ ਆ, ਉਹ ਜ਼ੋਰ ਦੇ ਨਾਲ ਹਿਲਾਏ। ਜਦੋਂ ਜ਼ੋਰ ਨਾਲ ਕੀਤਾ, ਫਿਰ ਸਾਧ ਸੰਗਤ ਜਿੰਨੇ ਬੱਦਲ ਸਨ ਸਾਰੇ ਹੀ ਖਿੰਡ ਗਏ, ਤੇ ਜਿਹੜੇ ਸਿੰਘਾਸਨ ਸਨ ਦੇਵਤਿਆਂ ਦੇ ਉਹ ਹਿੱਲ ਗਏ। ਉਸ ਸਮੇਂ ਜਿਹੜੀ ਦੇਵ ਕੁਲ ਸੀ, ਦੇਵਤੇ ਸਨ, ਉਹਨਾਂ ਨੇ ਲక్ష్ਮੀ ਨੂੰ ਜਾ ਕਰਕੇ ਪਹਿਲਾਂ ਨਮਸਕਾਰ ਕੀਤੀ ਮਨਾਉਣ ਵਾਸਤੇ। ਦੇਵ ਕੁਲੀ ਲక్ష్ਮੀ ਕਉ ਕਰਹਿ ਜੈਕਾਰ। ਮਹਾਰਾਜ ਕਹਿੰਦੇ ਜਿੰਨੀ ਦੇਵਤਿਆਂ ਦੀ ਕੁਲ ਸੀ ਨਾ ਉੱਥੇ, ਉਹ ਸਾਰੇ ਲక్ష్ਮੀ ਦੇ ਚਰਨੀ ਜਾ ਕੇ ਨਮਸਕਾਰ ਕਰਦੇ ਹਨ, ਜੈਕਾਰ ਕਰਦੇ ਨੇ। ਮਾਤਾ ਨਰਸਿੰਘ ਕਾ ਰੂਪ ਨਿਵਾਰ। ਔਰ ਲక్ష్ਮੀ ਨੂੰ ਇਹ ਬੇਨਤੀ ਕਰਦੇ ਨੇ ਕਿ ਮਾਤਾ, ਇਹ ਨਰਸਿੰਘ ਜੀ ਨੂੰ ਬੇਨਤੀ ਕਰ ਕੇ ਆਪਣਾ ਰੂਪ ਵਟਾ ਲੈਣ। ਸਾਡੇ ਕੋਲੋਂ ਇਹ ਰੂਪ ਦੇਖਿਆ ਨਹੀਂ ਜਾਂਦਾ, ਇਹਨਾਂ ਦਾ ਪ੍ਰਤਾਪ ਝੱਲਿਆ ਨਹੀਂ ਜਾਂਦਾ, ਇਸ ਲਈ ਇਹਨਾਂ ਨੂੰ ਸ਼ਾਂਤ ਕਰਨਾ ਕਰੋ, ਇਹਨਾਂ ਨੂੰ ਬਚਨ ਕਰੋ, ਬੇਨਤੀ ਕਰੋ ਕਿ ਆਪਣਾ ਰੂਪ ਬਦਲਾ ਲੈਣ। ਲక్ష్ਮੀ ਭਉ ਕਰੈ ਨਾ ਸਕੈ ਜਾਈ। ਪਰ ਸਾਧ ਸੰਗਤ ਹੁਣ ਜਿਹੜੀ ਲక్ష్ਮੀ ਹੈ ਉਹ ਵੀ ਭੈ ਖਾਂਦੀ ਹੈ। ਉਹ ਵੀ ਹਰਨਾਕਸ਼ ਜਿਹੜਾ ਨਰਸਿੰਘ ਜੀ ਦਾ ਰੂਪ ਹੈ ਨਾ, ਭਿਆਨਕ ਧਾਰਨਾ ਕੀਤਾ ਸੀ। ਭਿਆਨ ਰੂਪ ਜਿੱਥੇ ਮਹਾਰਾਜ ਕਹਿੰਦੇ ਪੈਦਾ ਕਰਕੇ ਪਰਮਾਤਮਾ ਨੇ ਹਰਨਾਕਸ਼ ਨੂੰ ਮਾਰਨਾ ਕੀਤਾ, ਉਹ ਇੰਨਾ ਜ਼ਿਆਦਾ ਪ੍ਰਤਾਪ ਵਾਲਾ ਸਰੂਪ ਸੀ ਵੀ ਉਸ ਨੂੰ ਲక్ష్ਮੀ ਵੀ ਸਹਿਣ ਨਹੀਂ ਕਰ ਸਕੀ। ਭਉ ਕਰੇ, ਡਰ ਕਰਦੀ ਹੈ ਲక్ష్ਮੀ, ਨਾ ਸਾਕੈ ਜਾਏ, ਔਰ ਨਰਸਿੰਘ ਜੀ ਦੇ ਕੋਲ ਨਹੀਂ ਜਾ ਸਕੀ। ਪ੍ਰਹਿਲਾਦ ਜਨ ਚਰਣੀ ਲਾਗਾ ਆਏ। ਉਸ ਸਮੇਂ ਭਗਤ ਪ੍ਰਹਿਲਾਦ ਜੀ ਨੂੰ ਸਾਰੇ ਦੇਵਤਿਆਂ ਨੇ ਬੇਨਤੀ ਕੀਤੀ ਕਿ ਭਗਤ ਜੀ ਤੁਸੀਂ ਕਿਰਪਾ ਕਰੋ। ਭਗਤ ਪ੍ਰਹਿਲਾਦ ਜੀ ਨਿਰਭਉ ਸਨ, ਤੇ ਉਸੇ ਸਮੇਂ ਜਾ ਕਰਕੇ ਨਰਸਿੰਘ ਜੀ ਦੇ ਚਰਨੀ ਲੱਗ ਪਏ ਔਰ ਨਿਮਰਤਾ ਦੇ ਨਾਲ ਬੇਨਤੀਆਂ ਕਰਨ ਲੱਗੇ। ਇਸ ਤਰ੍ਹਾਂ ਭਗਤ ਜੀ ਨੇ ਚਰਨੀ ਲੱਗਣਾ ਕੀਤਾ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ। ਤਾਂ ਉਸ ਸਮੇਂ ਸਾਧ ਸੰਗਤ ਜਦੋਂ ਭਗਤ ਪ੍ਰਹਿਲਾਦ ਜੀ ਚਰਨੀ ਲੱਗੇ ਨਾ, ਤੇ ਨਰਸਿੰਘ ਬੜੇ ਖੁਸ਼ ਹੋਏ, ਸ਼ਾਂਤ ਹੋ ਗਏ। ਭਗਤ ਜੀ ਨੂੰ ਆਪਣੇ ਗਲਵੱਕੜੀ 'ਚ ਲੈ ਲੈਣਾ ਕੀਤਾ ਔਰ ਪਿਆਰ ਦੇ ਬਚਨ ਕੀਤੇ। ਤਾਂ ਉਸ ਸਮੇਂ ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਮਹਾਰਾਜ ਸਤਿਗੁਰੂ ਨਾਮ ਨਿਧਾਨ ਦ੍ਰਿੜਾਇਆ। ਮੈਨੂੰ ਤਾਂ ਮੇਰੇ ਸਤਿਗੁਰੂ, ਕਿਉਂਕਿ ਭਗਤ ਪ੍ਰਹਿਲਾਦ ਜੀ ਦੇ ਸਤਿਗੁਰੂ ਨਾਰਦ ਮੁਨੀ ਸਨ। ਨਾਰਦ ਮੁਨੀ ਨੇ ਭਗਤ ਪ੍ਰਹਿਲਾਦ ਜੀ ਨੂੰ ਉਪਦੇਸ਼ ਦਿੱਤਾ ਸੀ ਰਾਮ ਜਪਣ ਵਾਸਤੇ। ਸਾਡੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸਤਿਗੁਰੂ ਨਾਮ ਨਿਧਾਨ ਦ੍ਰਿੜਾਇਆ, ਸਤਿਗੁਰਾਂ ਨੇ ਸਾਡੇ ਤਾਈਂ ਨਾਮ ਦ੍ਰਿੜ ਕਰਾਉਣਾ ਕੀਤਾ ਹੈ। ਨਾਮ ਰੂਪ ਖਜ਼ਾਨਾ ਰਾਜ ਮਾਲ ਝੂਠੀ ਸਭ ਮਾਇਆ। ਔਰ ਇਹ ਦੱਸਿਆ ਹੈ ਕਿ ਜਿਹੜਾ ਰਾਜ ਹੈ, ਮਾਲ ਪਦਾਰਥ ਨੇ, ਇਹ ਮਾਇਆ ਸਾਰੀ ਝੂਠੀ ਹੈ। ਇਹ ਮਾਇਆ ਸਦਾ ਜੀਵ ਦੇ ਕੋਲ ਨਹੀਂ ਰਹਿੰਦੀ। ਲੋਭੀ ਜਿਹੜੇ ਜੀਵ ਨੇ ਉਹ ਝੂਠੀ ਮਾਇਆ ਵਿੱਚ ਮੋਹ ਕਰਦੇ ਹਨ, ਪਰ ਇਹ ਮਾਇਆ ਜਿਹੜੀ ਹੈ ਸਦਾ ਸਾਥ ਨਹੀਂ ਦਿੰਦੀ ਜੀਵ ਦਾ। ਲੋਭੀ ਨਰ ਰਹੇ ਲਪਟਾਏ। ਜਿਹੜੇ ਲੋਭੀ ਜੀਵ ਹਨ, ਲੋਭੀ ਕਾ ਵਿਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ, ਉਹ ਸਾਧ ਸੰਗਤ ਮਾਇਆ ਦੇ ਲੋਭ ਕਰਕੇ ਇਹਦੇ ਵਿੱਚ ਲਪਟ ਰਹੇ ਨੇ। ਲਪਟਣ ਤੋਂ ਭਾਵ ਚੁੰਬੜ ਰਹੇ ਨੇ। ਜਿਵੇਂ ਪੁੱਠਾ ਲਟਕ ਜਾਂਦਾ ਨਾ, ਤੋਤਾ ਹੁੰਦਾ, ਉਹ ਇਸ ਤਰ੍ਹਾਂ ਮਾਇਆ ਨੂੰ ਛੱਡਦੇ ਨਹੀਂ ਹਨ, ਮਾਇਆ ਨੂੰ ਹੀ ਆਪਣਾ ਜੀਵਨ ਸਮਝਦੇ ਨੇ, ਭਰਮ ਵਿੱਚ ਪਏ ਹੋਏ। ਮਾਇਆ ਤਾਂ ਗੁਜਰਾਨ ਹੈ। ਸਤਿਗੁਰੂ
ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਸੀ ਭਾਈ ਜੱਲਣ ਜੀ ਦੇ ਤਾਈ, ਜੱਲਣ ਭਗਤ, ਜਿਹੜੀ ਇਹ ਮਾਇਆ ਹੈ ਗੁਜਰਾਨ ਹੈ, ਇਸਤਰੀ ਇਮਾਨ ਹੈ, ਪੁੱਤਰ ਨਿਸ਼ਾਨ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਲੋਭੀ ਜੀਵ ਨੇ ਉਹ ਮਾਇਆ ਵਿੱਚ ਹੀ ਲਪਟ ਰਹੇ ਨੇ, ਮਾਇਆ ਨੂੰ ਇਕੱਠੀ ਕਰੀ ਜਾਂਦੇ ਹਨ। ਹਰਿ ਕੇ ਨਾਮ ਬਿਨ ਦਰਗਹਿ ਮਿਲੈ ਸਜਾਈ। ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹਨਾਂ ਨੂੰ ਦਰਗਾਹ ਦੇ ਵਿੱਚ ਸਜ਼ਾਵਾਂ ਮਿਲਦੀਆਂ ਨੇ, ਕਿਉਂਕਿ ਨਾਮ ਤੋਂ ਬਿਨਾਂ ਅੱਗੇ ਕਿਸੇ ਨੇ ਨਾਲ ਜਾਣਾ ਨਹੀਂ ਨਾ। ਰਾਜ ਮਾਲ ਚੋਬਨ ਗ੍ਰਹਿ ਸੋਭਾ, ਮਹਾਰਾਜ ਕਹਿੰਦੇ ਭਾਵੇਂ ਕਿਸੇ ਕੋਲ ਰਾਜ ਭਾਗ ਹੋਵੇ, ਮਾਲ ਪਦਾਰਥ ਹੋਣ, ਘਰ ਦੀ ਸੋਭਾ ਵਡਿਆਈ ਹੋਵੇ, ਰੂਪਵੰਤ ਜਵਾਨੀ, ਬਹੁਤਾ ਰੂਪ ਵਾਲਾ ਹੋਵੇ, ਜਵਾਨ ਹੋਵੇ, ਬਹੁਤ ਦਰਬ ਹਸਤੀ ਅਰ ਘੋੜੇ, ਲਾਲ ਲਾਖ ਬਿਆਨੀ, ਬਹੁਤੀਆਂ ਧਨ ਇਕੱਠਾ ਕੀਤਾ ਹੋਵੇ ਤੇ ਘਰੇ ਲਾਲ ਹੀਰੇ ਮੋਤੀ ਪਏ ਹੋਣ, ਹਾਥੀ ਬੰਨੇ ਹੋਣ, ਅਸਵਾਰੀਆਂ, ਆਗੇ ਦਰਗਹਿ ਕਾਮ ਨਾ ਆਵੇ, ਛੋੜ ਚੱਲੇ ਅਭਿਮਾਨੀ। ਅੱਗੇ ਦਰਗਾਹ ਵਿੱਚ ਜੀਵ ਦੇ ਕੰਮ ਨਹੀਂ ਆਉਂਦੇ ਇਹ ਅਭਿਮਾਨੀ ਜਿਹੜਾ ਜੀਵ ਹੰਕਾਰੀ ਹੈ ਨਾ, ਇਹ ਮਾਇਆ, ਇਹ ਸਭ ਕੁਝ ਪਦਾਰਥ ਦੁਨੀਆ ਤੇ ਛੱਡ ਕੇ ਚਲਿਆ ਜਾਂਦਾ। ਛੱਡ ਕੇ ਤਾਂ ਸਾਰਿਆਂ ਨੇ ਜਾਣੇ ਨੇ, ਪਰ ਉਹ ਜਿਹੜਾ ਹੰਕਾਰੀ ਜੀਵ ਹੈ, ਲੋਭੀ ਹੈ, ਉਹ ਮਾਇਆ ਨੂੰ ਹੀ ਸਭ ਕੁਝ ਸਮਝੀ ਜਾਂਦਾ ਹੈ। ਇਸ ਲਈ ਮਹਾਰਾਜ ਨੇ ਬਚਨ ਕੀਤੇ ਹਨ ਕਿ ਜਿਹੜੇ ਮਾਇਆਧਾਰੀ ਜੀਵ ਨੇ ਉਹਨਾਂ ਨੂੰ ਮਾਇਆ ਨੇ ਖਾ ਲੈਣਾ ਕੀਤਾ ਸਪਣੀ ਦੀ ਤਰ੍ਹਾਂ। ਉਹਨਾਂ ਦਾ ਜੀਵਨ ਨਹੀਂ ਰਿਹਾ, ਉਹ ਆਪਣਾ ਜੀਵਨ ਵੀ ਗਵਾ ਲੈਂਦੇ ਨੇ ਤੇ ਜਿਹੜੀ ਮਾਇਆ ਉਹਨਾਂ ਨੇ ਜੋੜੀ ਹੁੰਦੀ ਹੈ ਉਹ ਤਾਂ ਉਹਨਾਂ ਨੇ ਗਵਾਉਣੀ ਹੀ ਹੁੰਦੀ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ, ਮੀਠੀ ਕਰਕੇ ਵਿਖਿਆ ਖਾਏ, ਸਿਰ ਉੱਪਰ ਠਾਠੋ ਧਰਮ ਰਾਏ, ਹਉ ਬੰਧੋ ਹਉ ਸਾਧੋ ਬੈਰ, ਹਮਰੀ ਭੂਮ ਕੌਣ ਘਾਲੇ ਪੈਰ। ਮਨੁੱਖ ਕਹਿੰਦਾ ਹੈ ਨਾ ਵੀ ਇਹ ਮੇਰੀ ਧਰਤੀ ਹੈ, ਆਓ ਕਾਂ ਕਿਹੜਾ ਜਿਹੜਾ ਮੇਰੀ ਧਰਤੀ ਤੇ ਪੈਰ ਰੱਖੇਗਾ। ਮੈਂ ਹੁਣੇ ਹੀ ਇਹਨੂੰ ਦੱਸੂਗਾ ਵੀ ਮੇਰਾ ਕਿੰਨਾ ਕੁ ਵੱਡਾ ਵੈਰ ਹੈ ਇਹਦੇ ਨਾਲ। ਸਤਿਗੁਰੂ ਕਹਿੰਦੇ ਹਉ ਬੰਧੋ ਹਉ ਸਾਧੋ ਬੈਰ, ਹਮਰੀ ਭੂਮ ਕੌਣ ਘਾਲੇ ਪੈਰ, ਹਉ ਪੰਡਤ ਹਉ ਚਤੁਰ ਸਿਆਣਾ, ਕਰਨੇ ਹਾਰਨਾ ਬੁੱਝੇ ਬਿਗਾਨਾ। ਜਿਸ ਪਰਮਾਤਮਾ ਨੇ ਇਸ ਨੂੰ ਕੀਤਾ ਹੈ ਉਹਨੂੰ ਇਹ ਜਾਣਦਾ ਹੀ ਨਹੀਂ, ਕੁਝ ਤੁੱਛ ਹੀ ਸਮਝਦੇ ਨੇ ਪਰਮਾਤਮਾ ਨੂੰ। ਕਰਨ ਜੋ ਹਾਰ ਹੈ ਨਾ ਪਰਮਾਤਮਾ, ਉਸ ਨੂੰ ਇਹ ਕੱਖ ਹੀ ਸਮਝਦੇ ਨੇ। ਸੋ ਕੀਤੇ ਕੋ ਮੇਰਾ ਸਮਾਨੈ, ਕਰਨ ਹਾਰ ਤ੍ਰਿਨ ਜਾਣੈ। ਹਰ ਕੇ ਨਾਮ ਬਿਨ ਦਰਗਹਿ ਮਿਲੈ ਸਜਾਏ। ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵ ਨੂੰ ਦਰਗਾਹ ਦੇ ਵਿੱਚ ਸਜਾਵਾਂ ਮਿਲਦੀਆਂ ਹਨ ਕਰੜੀਆਂ। ਕਹਿ ਨਾਨਕ ਸਭ ਹੋ ਕਰੇ ਕਰਾਇਆ। ਸਤਿਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਨੇ ਕਿ ਭਾਈ ਸਾਰੇ ਜੀਵ ਉਸ ਪਰਮਾਤਮਾ ਦੇ ਕੀਤੇ ਹੋਏ ਨੇ, ਉਹ ਜਿਵੇਂ ਇਹਨਾਂ ਤੋਂ ਕਰਾਉਣਾ ਚਾਹੁੰਦੇ ਉਵੇਂ ਇਹ ਕਰੀ ਜਾਂਦੇ ਨੇ। ਜੀਵ ਪਰਮਾਤਮਾ ਤੋਂ ਭੁੱਲ ਕੇ ਬੇਮੁਖ ਹੋ ਕਰਕੇ ਦੁਖੀ ਹੈ ਸਾਧ ਸੰਗਤ, ਔਰ ਮਾਇਆ ਵਿੱਚ ਲੱਗ ਕਰਕੇ ਇਹ ਉਹ ਕਰਮ ਕਰਦਾ ਹੈ ਕਿ ਇਹ ਭੁੱਲਣਾ ਹੀ ਜਾਣਦਾ। ਇਹ ਤਾਂ ਹੈ ਹੀ ਨਾ ਕਿ ਪਰਮਾਤਮਾ ਨੇ ਸਾਨੂੰ ਸਾਡੇ ਕਰਮਾਂ ਅਨੁਸਾਰ ਜਿਹੋ ਜਿਹੀ ਕਿਰਤ ਸੀ ਉਹੋ ਜਿਹਾ ਫਲ ਦੇ ਦਿੱਤਾ, ਜਿਹੋ ਜਿਹਾ ਮੂੰਹ ਸੀ ਉਹੋ ਜਿਹੀ ਚਪੇੜ ਮਾਰ ਦਿੱਤੀ ਸਾਡੇ। ਵੀ ਜੇ ਅਸੀਂ ਪਿਛਲੇ ਜਨਮਾਂ ਵਿੱਚ ਭੁੱਲੇ ਹੋਏ ਸੀ ਤੇ ਹੁਣ ਵੀ ਭੁੱਲੇ ਹਾਂ, ਤੇ ਜੇ ਕਿਸੇ ਨੇ ਪਿਛਲੇ ਜਨਮ ਵਿੱਚ ਬੰਦਗੀ ਕੀਤੀ, ਨਾਮ ਜਪਿਆ, ਉਹਨੇ ਫਿਰ ਹੁਣ ਵੀ ਕਰਨ ਲੱਗ ਪਿਆ। ਸੋ ਜਿਹੋ ਜਿਹੇ ਜੀਵਾਂ ਦੇ ਸਿਰ ਤੇ ਕਿਰਤ ਸੀ, ਪਰਮਾਤਮਾ ਨੂੰ ਦੋਸ਼ ਨਹੀਂ ਹੈ, ਕਿਉਂਕਿ ਜਿਹੋ ਜਿਹਾ ਜੀਵ ਕਰਮ ਕਰਦਾ ਹੈ ਵਾਹਿਗੁਰੂ ਪਰਮਾਤਮਾ ਉਸ ਨੂੰ ਉਹੋ ਜਿਹਾ ਫਲ ਦੇ ਦਿੰਦਾ ਹੈ। ਆਪੇ ਬੀਜ ਆਪੇ ਹੀ ਖਾਓ। ਸਾਨੂੰ ਸਤਿਗੁਰਾਂ ਨੇ ਇੱਥੋਂ ਸੁਚੇਤ ਵੀ ਕੀਤਾ ਵੀ ਤੂੰ ਬੀਜ ਸਹੀ ਪਾ। ਹੁਣ ਸਾਨੂੰ ਇੰਨੀ ਕੁ ਤਾਂ ਸਮਝ ਆਉਂਦੀ ਹੈ, ਦੁਕਾਨਾਂ 'ਤੇ ਜਾਂਦੇ ਹਾਂ, ਜਦੋਂ ਅਸੀਂ ਕਣਕ ਦਾ ਬੀਜ ਲੈ ਕੇ ਆਉਂਦਾ ਵੀ ਚੰਗਾ ਝਾੜ ਵਾਲਾ ਚਾਹੀਦਾ, ਇੰਨੀ ਤਾਂ ਸਮਝ ਆਉਂਦੀ ਹੈ ਨਾ। ਕਿਵੇਂ ਬੀਜਣਾ ਇਹ ਵੀ ਪਤਾ ਹੀ ਹੁੰਦਾ, ਅਤੇ ਫਿਰ ਜਿਹੜਾ ਬੀਜਿਆ ਉਹ ਵੱਢਣਾ ਪੈਣਾ। ਐ ਥੋੜ੍ਹੀ ਹੈ ਵੀ ਜੇ ਬੀਜਿਆ ਮਾੜੀ ਕੁਆਲਿਟੀ ਵਾਲਾ ਅਤੇ ਵੱਢ ਅਸੀਂ ਚੰਗੀ ਕੁਆਲਿਟੀ ਵਾਲਾ ਲਵਾਂਗੇ। ਇਹੀ ਗੱਲ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਵੀ ਕਰਮ ਉਹ ਕਰ ਜਿਹਦੇ ਨਾਲ ਤੂੰ ਸੁਖੀ ਹੋ ਸਕੇ। ਨਿਸ਼ਕਾਮ ਕਰਮ ਕਰ, ਤੇਰੇ ਬੰਧਨ ਟੁੱਟ ਜਾਣ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜੇ। ਕਰਮ ਅਸੀਂ ਕਰ ਸਕਦੇ ਹਾਂ। ਹੁਣ ਅਸੀਂ ਸੰਗਤ ਵਿੱਚ ਬੈਠੇ ਹਾਂ, ਇੱਥੇ ਜੇ ਮਾੜਾ ਜਿਹਾ ਫੁਰਨਾ ਆ ਗਿਆ ਵੀ ਚੱਲ ਬਾਹਰ ਚੱਲੀਏ, ਫਲਾਨਾ ਘਰੇ ਕੰਮ ਕਰਨਾ,
ਤੇ ਆਪਣੀ ਬਾਂਹ ਤਾਂ ਕਿਸੇ ਨੇ ਫੜਨੀ ਨਹੀਂ ਵੀ ਤੂੰ ਬਹਿ ਜਾ 10 ਮਿੰਟ ਹੋਰ, ਪਰ ਜਿਹੜਾ ਉਹ ਸਮਾਂ ਥੋੜ੍ਹਾ ਲਾਇਆ ਹੈ ਉਹਦੇ 'ਚ ਫਲ ਉਨਾ ਕੁ ਮਿਲੇਗਾ। ਜੇ ਅਸੀਂ ਪੂਰੀ ਕਥਾ ਸੁਣ ਲਾਂਗੇ ਸਾਨੂੰ ਉਹ ਸਾਰੀ ਕਥਾ ਦਾ ਲਾਭ ਮਿਲ ਜੂ। ਇਸ ਤਰ੍ਹਾਂ ਜੇ ਅਸੀਂ ਗੁਰੂ ਘਰ ਦਰਸ਼ਨ ਕਰਨ ਜਾਂਦੇ ਹਾਂ, ਉੱਥੇ ਹਰਿਮੰਦਰ ਸਾਹਿਬ ਜਾਂਦੇ ਹਾਂ, ਇਸ਼ਨਾਨ ਕੀਤਾ, ਮੱਥਾ ਟੇਕਿਆ, ਬਾਹਰ ਆ ਗਏ, ਓਨਾ ਕੁ ਫਲ ਮਿਲ ਜੂ। ਜੇ ਉੱਥੇ ਬੈਠ ਕੇ ਬਾਣੀ ਦਾ ਪਾਠ ਕਰ ਲਿਆ, ਘੰਟਾ ਕੀਰਤਨ ਸੁਣ ਲਿਆ, ਤੇ ਓਨਾ ਕੁ ਫਲ ਮਿਲ ਜੂ। ਸੋ ਜਿੰਨਾ ਕੁ ਅਸੀਂ ਬੀਜਾਂਗੇ ਓਨਾ ਕੁ ਅਸੀਂ ਵੱਢ ਲਾਂਗੇ। ਮਹਾਰਾਜ ਸਾਨੂੰ ਸਮਝਾਉਂਦੇ ਨੇ, ਕਹਿ ਨਾਨਕ ਸਭ ਕੋ ਕਰੇ ਕਰਾਇਆ। ਹਰਨਾਕਸ਼ ਨੇ ਵੈਰ ਕੀਤਾ ਸੀ ਭਗਤ ਪ੍ਰਹਿਲਾਦ ਜੀ ਦੇ ਨਾਲ, ਤੇ ਉਹਨੇ ਉਸ ਦਾ ਫਲ ਹੀ ਪ੍ਰਾਪਤ ਕੀਤਾ ਨਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜੋ ਜੀਵ ਕਰਮ ਕਰਦਾ ਹੈ ਉਹ ਪਰਮਾਤਮਾ ਦੀ ਆਗਿਆ ਵਿੱਚ ਹੀ ਹੁੰਦੇ ਨੇ, ਪਰ ਜੀਵ ਆਪਣੇ ਕੀਤੇ ਦਾ ਫਲ ਆਪ ਪਾ ਲੈਂਦਾ ਹੈ। ਸੇ ਪ੍ਰਵਾਨ ਜਿਨੀ ਹਰਿ ਤਿਉ ਚਿਤ ਲਾਇਆ। ਪ੍ਰਵਾਨ ਕੌਣ ਹੁੰਦੇ ਨੇ? ਸੰਸਾਰ 'ਚ ਆਏ ਪਰਮਾਤਮਾ ਦੀ ਦਰਗਾਹ ਵਿੱਚ ਕੌਣ ਪ੍ਰਵਾਨ ਨੇ? ਉਹ ਹਨ ਭਗਤ। ਜਿਨੀ ਹਰ ਸਿਓ ਚਿੱਤ ਲਾਇਆ, ਜਿਨ੍ਹਾਂ ਨੇ ਆਪਣਾ ਚਿੱਤ ਪਰਮਾਤਮਾ ਨਾਲ ਲਾ ਲਿਆ। ਜਿਨ੍ਹਾਂ ਨੇ ਚਿੱਤ ਮਾਇਆ ਨਾਲ ਜੋੜਿਆ ਉਹਨਾਂ ਨੇ ਥੋੜ੍ਹੀ ਪ੍ਰਵਾਨ ਹੋਣਾ। ਜਾਂ ਜਿਹੜੇ ਵਿਕਾਰਾਂ 'ਚ ਚਿੱਤ ਲਾਉਂਦੇ ਨੇ, ਝੂਠੀ ਮਾਇਆ 'ਚ ਚਿੱਤ ਲਾਉਂਦੇ ਨੇ, ਉਹ ਪ੍ਰਵਾਨ ਨਹੀਂ ਹੋਣਗੇ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ। ਜਿਹਦੀ ਰਸਨਾ ਵਾਹਿਗੁਰੂ ਦਾ ਨਾਮ ਜਪਦੀ ਹੈ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ, ਉਹਦਾ ਆਇਆ ਪ੍ਰਵਾਨ ਹੋਣਾ। ਉਹਨੇ ਹੀ ਅੱਗੇ ਜਾ ਕੇ ਪ੍ਰਵਾਨ ਹੋਣਾ। ਉਹੀ ਹੁਣ ਸੰਸਾਰ 'ਚ ਪ੍ਰਵਾਨ ਹਨ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਫਰੀਦ ਜੀ, ਭਗਤ ਸਧਨਾ ਜੀ, ਕਿੰਨੇ ਭਗਤ ਨੇ, ਕਿੰਨੇ ਮਹਾਂਪੁਰਖਾਂ ਨੇ। ਉਹਨਾਂ ਦੇ ਜੀਵਨ ਨੂੰ ਪੜ੍ਹਿਆ ਸੁਣਿਆ ਜਾਂਦਾ, ਸਤਿਕਾਰ ਮਿਲਦਾ, ਪ੍ਰਵਾਨ ਹਨ। ਤੇ ਮਾਇਆਧਾਰੀ ਦੀ ਕੌਣ ਗੱਲ ਕਰਦਾ? ਸੋ ਸਤਿਗੁਰੂ ਕਹਿੰਦੇ ਆਇਆ ਹੋਇਆ ਪ੍ਰਵਾਨ ਉਹਦਾ ਹੀ ਗਿਣਿਆ ਜਾਂਦਾ ਭਾਈ, ਜਿਹਨੇ ਹਰੀ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜਿਆ, ਜਿਵੇਂ ਭਗਤ ਪ੍ਰਹਿਲਾਦ ਜੀ ਸਨ। ਭਗਤਾ ਕਾ ਅੰਗੀਕਾਰ ਕਰਦਾ ਆਇਆ। ਜੁਗਾਂ ਜੁਗਾਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਆਪਣੇ ਭਗਤਾਂ ਦਾ ਅੰਗੀਕਾਰ, ਕਹਿੰਦੇ ਨੇ ਪੱਖ ਪਾਲਦਾ ਆਇਆ। ਉਹਨਾਂ ਦਾ ਪੱਖ ਕਰਦਾ ਹੈ ਪਰਮਾਤਮਾ, ਉਹਨਾਂ ਦੀ ਮਦਦ ਕਰਦਾ ਹੈ, ਉਹਨਾਂ ਦੀ ਸਹਾਇਤਾ ਕਰਦਾ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛਡਾਇਆ। ਰੋਜ਼ਾਨਾ ਪੜ੍ਹਦੇ ਹਾਂ, ਪੜ੍ਹ ਕੇ ਨਿਕਲ ਜਾਂਦੇ ਹਾਂ ਵਿੱਚ ਦੀ, ਪਰ ਸਾਧ ਸੰਗਤ ਸਤਿਗੁਰੂ ਸਾਨੂੰ ਸੱਚ ਦੱਸਦੇ ਪਏ ਨੇ, ਪਰਮਾਤਮਾ ਆਪਣੇ ਭਗਤਾਂ ਦਾ ਪੱਖ ਪਾਲਦਾ ਹੈ। ਕਰਤੈ ਆਪਣਾ ਰੂਪ ਦਿਖਾਇਆ। ਇਸ ਤਰ੍ਹਾਂ ਕਰਤੇ ਪਰਮਾਤਮਾ ਵਾਹਿਗੁਰੂ ਨੇ ਇਹ ਆਪਣਾ ਨਰਸਿੰਘ ਰੂਪ ਦਿਖਾਉਣਾ ਕੀਤਾ ਹੈ, ਔਰ ਹਰਨਾਕਸ਼ ਨੂੰ ਮਾਰਨਾ ਕੀਤਾ ਹੈ। ਜਿਹੜੇ ਮਹਾਂਪੁਰਖ ਨਾਮ ਜਪਦੇ ਨੇ ਉਹਨਾਂ ਨੂੰ ਆਪਣੇ ਦਰਸ਼ਨ ਦਿਖਾ ਦਿੰਦਾ ਹੈ। ਇਹ ਸਾਧ ਸੰਗਤ ਸ਼ਬਦ 13 ਪਦਿਆਂ ਦੇ ਵਿੱਚ ਸਤਿਗੁਰਾਂ ਨੇ ਅਸ਼ਟਪਦੀ ਸਾਨੂੰ ਉਪਦੇਸ਼ ਬਖਸ਼ਿਆ। ਭਗਤ ਪ੍ਰਹਿਲਾਦ ਜੀ ਦਾ ਜੀਵਨ, ਔਰ ਜੀਵਨ ਵਿੱਚੋਂ ਅਸੀਂ ਕੀ ਸਿੱਖਣਾ ਹੈ? ਗੁਰੂ ਦੇ ਸ਼ਬਦ ਦਾ ਅੰਦਰੋਂ ਧਿਆਨ ਲਾਉਣਾ ਹੈ। ਨਾਮ ਨੂੰ ਸਤਿਗੁਰੂ ਕਹਿੰਦੇ ਕਦੇ ਨਾ ਛੱਡ। ਨਾਮ ਨੇ ਤੇਰੀ ਇੱਥੇ ਦੁਨੀਆ ਵਿੱਚ ਵੀ ਪੈਜ ਰੱਖਣੀ ਹੈ, ਅੱਗੇ ਪਰਲੋਕ ਵਿੱਚ ਜਾ ਕਰਕੇ ਵੀ। ਗੁਰਬਾਣੀ ਵਾਲਾ ਜੀਵਨ ਬਣਾਈਏ, ਨਾਮ ਦਾ ਆਸਰਾ ਕਰੀਏ, ਸਤਿਗੁਰੂ ਸਾਰਿਆਂ 'ਤੇ ਕਿਰਪਾ ਕਰਨ। ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ।